को बंदना। फिर चरणन पर धार। एक अंकार सतगुरु ए प्रसाद सच होए। वाहिगुरु जी की फतेह है। विघ्न विनाशन। श्री वाहिगुरु जी की फतेह है। विघ्न विनाशन सोए। नरसिंह रूप बनाए बहोरी, कर्ज क्रिया तस करी न औरी। तिस विद लखियो गत इन केरी, भगत रीत की रहत कनेरी। वाहिगुरु जी का खालसा, वाहिगुरु जी की फतेह। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਦਾ ਆਨੰਦ ਮਾਣ ਰਹੀ ਗੁਰੂ ਕੀ ਸੰਗਤ। ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਸੰਧਿਆ ਦੇ ਸੋਹਣੇ ਸੁੰਦਰ ਦੀਵਾਨ ਬਖਸ਼ਿਸ਼ ਕੀਤੇ। ਗੁਰੂ ਕੀ ਬਾਣੀ ਪੜ੍ਹ ਕੇ ਸਰਵਨ ਕਰਕੇ ਮਨੁੱਖਾ ਜਨਮ ਦਾ ਵੱਡਾ ਭਾਰੀ ਲਾਭ ਪ੍ਰਾਪਤ ਕੀਤਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਕੋਲ ਇੱਕ ਕੇਸੋ ਦਾਸ ਨਾਮ ਦਾ ਇੱਕ ਪੰਡਤ ਵਿਦਵਾਨ ਚੱਲ ਕੇ ਆਇਆ। ਮਹਾਰਾਜ ਮੈਂ ਜੱਗ ਕਰਾਂਗਾ, ਸ਼ਕਤੀ ਪ੍ਰਗਟ ਕਰ ਦੇਵਾਂਗਾ। ਸਤਿਗੁਰੂ ਜੀ ਇਸ ਦੇ ਸਾਰੀ ਖੇਡ ਨੂੰ ਸੰਗਤ ਵਿੱਚ ਲਿਆਉਣ ਵਾਸਤੇ ਕਹਿਣ ਲੱਗੇ, ਠੀਕ ਹੈ ਤੁਸੀਂ ਜੱਗ ਸ਼ੁਰੂ ਕਰੋ, ਜਿਹੜੀ ਵਸਤੂ ਚਾਹੀਦੀ ਹੋਵੇਗੀ ਉਹ ਪਹੁੰਚਦੀ ਕਰ ਦਿਆਂਗੇ। ਇਸ ਪੰਡਤ ਨੂੰ 10-11 ਮਹੀਨੇ ਦਾ ਸਮਾਂ ਲੱਗ ਗਿਆ ਜੱਗ ਕਰਦਿਆਂ ਕਰਦਿਆਂ। ਪਰ ਜਦੋਂ ਕੁਝ ਵੀ ਨਹੀਂ ਨੇ ਪ੍ਰਾਪਤ ਹੋਇਆ ਤੇ ਫਿਰ ਬਹਾਨਾ ਲਾ ਕੇ ਦੌੜਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਉਸ ਵੇਲੇ ਸਿੱਖਾਂ ਨੂੰ ਆਖਿਆ, ਕਹਿਣ ਲੱਗੇ ਸਭ ਤੋਂ ਵੱਡੀ ਸ਼ਕਤੀ ਪਰਮਾਤਮਾ ਦੇ ਵੱਲੋਂ ਜਿਹੜੀ ਬਖਸ਼ਿਸ਼ ਕੀਤੀ ਉਹ ਹਥਿਆਰ ਹੋਇਆ ਕਰਦਾ, ਸ਼ਾਸਤਰ ਹੋਇਆ ਕਰਦਾ। शास्त्र के अधीन है राज, कोई किसी को राज न दे है, जो ले है निज बल से ले है। ऐसे बचन महाराज जियां ने उस वेले सिखां नूं समझाए। सतगुरु जी आनंदपुर साहब की धरती ते आए ने। बेअंत संगत ते बेअंत साधु महाराज दे दर्शन करते पे। सतगुरां ने साधुआं नूं बेअंत धन वंडिया। ਇਹ ਗੱਲ ਵੇਖ ਕੇ ਕੇਸੋ ਦਾਸ ਜਿਹੜਾ ਪੰਡਤ ਹੈ ਇਹ ਗੁੱਸਾ ਕਰਕੇ ਬੈਠ ਗਿਆ ਕਿ ਮਹਾਰਾਜ ਨੇ ਪਹਿਲਾਂ ਮੈਨੂੰ ਕਿਉਂ ਨਹੀਂ ਇਹ ਧਨ ਦਿੱਤਾ ਹੈ। ਤੋ ਉਸ ਵੇਲੇ ਸਤਿਗੁਰਾਂ ਦਾ ਸਿੱਖ ਗਿਆ ਚੱਲ ਕੇ। ਭਾਈ ਨੰਦ ਚੰਦ ਨੇ ਸਮਝਾਇਆ, ਕਹਿਣ ਲੱਗੇ ਪੰਡਤ ਜੀ ਗੁੱਸਾ ਨਾ ਕਰੋ, ਸਤਿਗੁਰੂ ਸਰਬੱਗ ਤੇ ਸਮਰੱਥ ਨੇ, ਉਹਨਾਂ ਦੀ ਕਿਰਿਆ ਜਿਹੜੀ ਹੈ ਉਹ ਕਈ ਤਰ੍ਹਾਂ ਦੇ ਕੌਤਕ ਕਰਦੀ ਹੈ ਔਰ ਵੱਖ-ਵੱਖ ਸਮੇਂ 'ਤੇ ਇਹਨਾਂ ਨੇ ਵੱਖਰੇ ਵੱਖਰੇ ਰੂਪ ਧਾਰੇ ਨੇ। ਉਹ ਇੱਕ ਉਦਾਹਰਨ ਆਪਾਂ ਕੱਲ੍ਹ ਸਰਵਣ ਕੀਤੀ ਸੀ, ਅੱਗੇ ਜਿਵੇਂ ਬਖਸ਼ਿਸ਼ ਆ ਰਹੀ ਹੈ ਸਰਵਣ ਕਰੀਏ, ਮਿਲ ਕੇ ਆਖੀਏ ਸਤਨਾਮ ਵਾਹਿਗੁਰੂ ਸਾਹਿਬ ਜੀ। ਨਰਸਿੰਘ ਰੂਪ ਬਣਾਏ ਬਹੋਰੀ। ਸੋ ਜਿਸ ਵੇਲੇ ਹਰਨ ਕਪਸ਼ ਨਾਮ ਦਾ ਇੱਕ ਦੈਂਤ ਹੋਇਆ ਸਤਯੁਗ ਦੇ ਵਿੱਚ, ਸ਼ਾਸਤਰਾਂ ਵਿੱਚ ਲਿਖਿਆ ਵੀ ਕਸ਼ਮੀਰ ਦੀ ਧਰਤੀ ਨੂੰ ਵੱਖਰਾ ਕਰਕੇ ਉਹ ਥੱਲੇ ਪਤਾਲ 'ਚ ਲੈ ਗਿਆ। ਧਰਤੀ ਨੂੰ ਛੁਪਾ ਕੇ 4 ਚੁਫੇਰੇ ਕੂੜੇ ਦੇ ਗੰਦਗੀ ਦੇ ਢੇਰ ਲਾ ਦਿੱਤੇ। ਗੰਦਗੀ ਦੇ ਕੋਲ ਕੋਈ ਚੰਗੀ ਆਤਮਾ, ਕੋਈ ਦੇਵਤਾ ਦੇਵ ਨਹੀਂ ਆਵੇਗਾ। ਉਸ ਵੇਲੇ ਪਰਮੇਸ਼ਰ ਨੇ ਫਿਰ ਸੂਕਰ ਅਵਤਾਰ, ਜਿਸ ਨੂੰ ਬਰਾਹ ਆਖਿਆ ਜਾਂਦਾ, ਬਰਾਹ ਅਵਤਾਰ ਧਾਰਿਆ। ਸੂਰ ਦਾ ਅਵਤਾਰ ਧਾਰ ਕੇ ਜਿਸ ਗੰਦਗੀ ਦੇ ਵਿੱਚ ਧਰਤੀ ਨੂੰ ਛੁਪਾਇਆ ਹੋਇਆ ਉੱਥੋਂ ਕੱਢਿਆ, ਹਰਨ ਕਪਸ਼ ਨੂੰ ਮਾਰਿਆ ਤੇ ਧਰਤੀ ਵਾਪਸ ਲੈ ਕੇ ਆਂਦੀ। ਇਹ ਭਾਈ ਨੰਦ ਚੰਦ ਜੀ ਇੱਥੇ ਕਹਿ ਰਹੇ ਨੇ, ਕਹਿਣ ਲੱਗੇ ਵੀ ਗੁਰੂ ਪਰਮੇਸ਼ਰ ਐਸਾ ਹੈ ਜਿਸ ਤਰ੍ਹਾਂ ਦਾ ਉਹ ਚਾਹੁਣ ਉਸ ਤਰ੍ਹਾਂ ਦਾ ਰੂਪ ਬਣਾ ਸਕਦੇ ਨੇ। ਉਦੋਂ ਸੀ ਸੂਕਰ ਸਰੀਰ ਬਣਾਉਣ ਦੀ ਗੱਲ ਧਰਤੀ ਦੀ ਰੱਖਿਆ ਵਾਸਤੇ, ਤੇ ਉਹ ਉਹਨਾਂ ਨੇ ਬਣਾ ਲਿਆ। ਮੱਛ ਅਵਤਾਰ ਧਾਰਿਆ, ਕੱਛ ਅਵਤਾਰ ਧਾਰਿਆ। ਗੁਰਮੁਖੋ ਜਿਹੜਾ ਕੱਛ ਅਵਤਾਰ ਹੈ ਨਾ, ਜਦੋਂ ਦੇਵਤਿਆਂ ਤੇ ਦੈਂਤਾਂ ਨੇ ਸਮੁੰਦਰ ਰਿੜਕਿਆ
ਤੇ ਪਰਬਤ ਨੂੰ ਰੱਖਿਆ ਗਿਆ ਤੇ ਪਰਬਤ ਦੇ ਥੱਲੇ ਕੱਛੂ ਕੁੰਮਾ ਬਣ ਕੇ ਭਗਵਾਨ ਜੀ ਬੈਠੇ, ਉਹਦੇ ਉੱਪਰ ਪਰਬਤ ਰੱਖਿਆ ਤੇ ਉਹਨੂੰ ਫਿਰ ਫੇਰਿਆ ਪਰਬਤ ਨੂੰ, ਤੇ ਤਾਂ ਉਹਦੇ ਵਿੱਚੋਂ ਰਤਨ ਨਿਕਲੇ। ਇਸ ਵਾਸਤੇ ਕੱਛ ਅਵਤਾਰ ਧਾਰਿਆ। ਸ਼ਾਸਤਰਾਂ ਵਿੱਚ ਬਚਨ ਲਿਖੇ ਹੋਏ। ਇਹ ਗੁਰੂ ਕਾ ਸਿੱਖ ਸਮਝਾਉਂਦਾ ਪਿਆ, ਕਹਿਣ ਲੱਗੇ ਭਾਈ ਧਰਤੀ ਨੂੰ ਬਚਾਇਆ ਤੇ ਸੂਕਰ ਅਵਤਾਰ ਧਾਰਿਆ, ਸਮੁੰਦਰ ਵਿੱਚੋਂ ਰਤਨ ਕੱਢੇ ਨੇ ਤੇ ਕੱਛੂ ਕੁੰਮੇ ਦਾ ਅਵਤਾਰ ਕੱਛ ਅਵਤਾਰ ਬਣਾਇਆ। ਇਸੇ ਤਰ੍ਹਾਂ ਫਿਰ ਹਰਨਾਕਸ਼ ਨੂੰ ਮਾਰਨ ਵਾਸਤੇ ਆਪਾਂ ਇਹ ਤੇ ਬਚਨ ਸਰਵਨ ਕਰਦੇ ਹਨ ਵੀ ਹਰਨਾਕਸ਼ ਨੂੰ ਪ੍ਰਮਾਤਮਾ ਨੇ ਮਾਰਿਆ। ਪਰ ਕਿਉਂ ਮਾਰਿਆ? ਉਹਦਾ ਕਾਰਨ ਇਹ ਸੀ ਵੀ ਹਰਨਾਕਸ਼ ਦੇ ਭਰਾ ਨੂੰ ਪਹਿਲਾਂ ਮਾਰਿਆ। ਉਹਨੇ ਧਰਤੀ ਨੂੰ ਉਖੇੜ ਕੇ ਵੱਖਰਾ ਕੀਤਾ। ਜਦੋਂ ਭਰਾ ਮਰਿਆ ਤੇ ਫਿਰ ਹਰਨਾਕਸ਼ ਨੇ ਆਖਿਆ ਵੀ ਮੈਂ ਆਪਣੇ ਭਰਾ ਦੀ ਮੌਤ ਦਾ ਬਦਲਾ ਲਵਾਂਗਾ। ਤੇ ਬਦਲਾ ਕਿਵੇਂ ਲਵਾਂਗਾ? ਮੈਂ ਦੇਵਤਿਆਂ ਤੱਕ ਕੋਈ ਆਹੂਤੀ ਨਹੀਂ ਪਹੁੰਚਣ ਦਿਆਂਗਾ। ਜਿਵੇਂ ਅੱਜ ਕਈ ਦੇਸ਼ ਪਾਬੰਦੀਆਂ ਲਾ ਦਿੰਦੇ ਨਾ, ਫਲਾਣੇ ਦੇਸ਼ ਦੀ ਚੀਜ਼ ਆਪਾਂ ਨਹੀਂ ਵਰਤਾਂਗੇ, ਉਹਨੂੰ ਆਰਥਿਕ ਤੌਰ 'ਤੇ ਕਮਜ਼ੋਰ ਕਰਨਾ। ਇਸ ਤਰ੍ਹਾਂ ਹੀ ਹਰਨਾਕਸ਼ ਨੇ ਇਹ ਪਾਬੰਦੀ ਲਾ ਦਿੱਤੀ ਸੀ ਵੀ ਕਿਸੇ ਵੀ ਰਾਜ ਦੇ ਵਿੱਚ ਦੇਵਤੇ ਦੀ ਪੂਜਾ ਨਹੀਂ ਹੋਵੇਗੀ। ਨਾ ਅੱਗ ਦੀ ਪੂਜਾ, ਨਾ ਚੰਦਰਮਾ ਦੀ, ਨਾ ਸੂਰਜ ਦੀ, ਨਾ ਦੇਵੀ ਦੀ, ਨਾ ਦੇਵਤੇ ਦੀ। ਉਹਨਾਂ ਦਾ ਨਾਂ ਹੀ ਕੋਈ ਨਹੀਂ ਲਵੇਗਾ ਤੇ ਨਾ ਹੀ ਉਹਨਾਂ ਦੇ ਨਾਮ 'ਤੇ ਕੋਈ ਚੀਜ਼ ਦਾਨ ਦੇਵੇਗਾ। ਜਦੋਂ ਉਹਨਾਂ ਨੂੰ ਖੁਰਾਕ ਨਹੀਂ ਮਿਲੇਗੀ ਉਹ ਦੇਵਤੇ ਕਮਜ਼ੋਰ ਹੋ ਜਾਣਗੇ। ਤਾਂ ਉਹ ਕਹਿੰਦਾ ਸੀ ਵੀ ਜਲੇ ਹਰਨਾਕਸ਼ ਥਲੇ ਹਰਨਾਕਸ਼ ਕਹੋ। ਇਹ ਨਾ ਕਹੋ ਵੀ ਜਲੇ ਹਰੀ ਥਲੇ ਹਰੀ, ਇਹ ਨਾ ਕਹੋ। ਪਰਮਾਤਮਾ ਪਾਣੀ ਵਿੱਚ ਹੈ, ਧਰਤੀ ਵਿੱਚ ਹੈ, ਇਹ ਗੱਲ ਨਹੀਂ ਕਿਸੇ ਨੇ ਕਹਿਣੀ। ਜਿਹਨੇ ਕਹਿਣੀ ਹੈ ਉਹਨੇ ਇਹ ਗੱਲ ਕਹਿਣੀ ਵੀ ਹਰਨਾਕਸ਼ ਹੀ ਹੈ ਸਾਰਿਆਂ ਥਾਵਾਂ। ਕਹਿਣ ਤੋਂ ਭਾਵ ਵੀ ਉਹ ਪਾਬੰਦੀ ਲਾਉਣੀ ਚਾਹੁੰਦਾ ਵੀ ਦੇਵਤਿਆਂ ਨੂੰ ਕੋਈ ਯਾਦ ਨਾ ਕਰੇ, ਕੋਈ ਉਹਨਾਂ ਵਾਸਤੇ ਬਲੀ ਨਾ ਦੇਵੇ, ਕੋਈ ਉਹਨਾਂ ਵਾਸਤੇ ਆਹੂਤੀ ਨਾ ਦੇਵੇ। ਦੇਵਤੇ ਕਮਜ਼ੋਰ ਹੋ ਜਾਣ ਤਾਂ ਕਿ ਮੈਂ ਆਪਣੇ ਭਰਾ ਦਾ ਬਦਲਾ ਇਹਨਾਂ ਦੇਵਤਿਆਂ ਕੋਲੋਂ ਲਵਾਂ। ਇੱਥੇ ਹੀ ਬਸ ਨਹੀਂ, ਆਪਣੇ ਆਪ ਨੂੰ ਤਕੜਾ ਕਰਨ ਵਾਸਤੇ ਬੜਾ ਲੰਮਾ ਸਮਾਂ ਤਪ ਕਰਕੇ ਫਿਰ ਵਰ ਮੰਗ ਲਿਆ, ਮੈਂ ਧਰਤੀ ਤੇ ਨਾ ਮਰ ਜਾਵਾਂ, ਮੈਂ ਆਕਾਸ਼ ਵਿੱਚ, ਮੈਂ ਅੰਦਰ, ਮੈਂ ਬਾਹਰ, ਮੈਂ ਦਿਨੇ, ਮੈਂ ਰਾਤ ਮਰਾਂ ਹੀ ਨਾ, ਇਹ ਵਰ ਲੈ। 84 ਲੱਖ ਜੂਨਾਂ ਵਿੱਚੋਂ ਮੈਨੂੰ ਕੋਈ ਮਾਰ ਨਾ ਸਕੇ, ਇਹ ਵੀ ਵਰ ਪ੍ਰਾਪਤ ਕੀਤਾ। ਪਰ ਇਸ ਦਾ ਅੰਤ ਤੇ ਕਰਨਾ ਹੈ ਨਾ। ਇਹਨੂੰ ਅੰਤ ਦੇਣ ਵਾਸਤੇ ਫਿਰ ਪਰਮਾਤਮਾ ਨੇ ਨਰ ਸਿੰਘ ਅਵਤਾਰ ਧਾਰਿਆ। ਨਰ ਤੋਂ ਭਾਵ ਹੈ ਮਨੁੱਖ, ਸਿੰਘ ਤੋਂ ਭਾਵ ਹੈ ਸ਼ੇਰ। ਸ਼ੇਰ ਤੇ ਮਨੁੱਖ ਦਾ ਸਾਂਝਾ ਸਰੀਰ, ਮਿਲਿਆ ਜੁਲਿਆ ਸਰੀਰ। ਜਿਵੇਂ ਧੜ ਬੰਦੇ ਦਾ ਤੇ ਸਿਰ ਜਿਹੜਾ ਉਹ ਸ਼ੇਰ ਦਾ, ਤਾਂ ਆਖਿਆ ਗਿਆ ਨਰ ਸਿੰਘ। ਦੋ ਜੂਨਾਂ ਨੂੰ ਮਿਲਾ ਕੇ ਇੱਕ ਸਰੀਰ ਬਣਾਇਆ। ਇਹ ਫਿਰ ਨਰ ਸਿੰਘ ਦਾ ਅਵਤਾਰ ਪ੍ਰਮਾਤਮਾ ਨੇ ਧਾਰਿਆ ਹੈ। ਗਰਜ ਕਿਰਿਆ ਤਸਕਰੀ ਨਾ ਔਰੀ। ਕਹਿਣ ਲੱਗੇ ਵੀ ਉਸ ਵੇਲੇ ਫਿਰ ਗਰਜ ਕੇ ਹਰਨਾਕਸ਼ ਨੂੰ ਫਿਰ ਲੜ ਕੇ ਨਾ ਮੈਦਾਨ ਦੇ ਵਿੱਚ ਸ਼ਸਤਰਾਂ ਦੇ ਨਾਲ ਲੜ ਕੇ ਫਿਰ ਥੱਲੇ ਸੁੱਟਿਆ। ਸੁੱਟ ਕੇ ਜਦੋਂ ਵੇਖਿਆ ਵੀ ਇਹ ਹੁਣ ਨਹੀਂ ਰਹਿ ਗਿਆ ਸਮਰੱਥ, ਫਿਰ ਆਪਣਿਆਂ ਨੋਹਾਂ ਦੇ ਨਾਲ ਉਹਨੂੰ ਪਾੜ ਕੇ ਉਹਦਾ ਅੰਤ ਕੀਤਾ। ਹਰਨਾਕਸ਼ ਨੂੰ ਮਾਰਨ ਵਾਸਤੇ ਨਰ ਸਿੰਘ ਬਣੇ। ਉਹ ਵੀ ਇੱਕ ਪਰਮੇਸ਼ਰ ਦਾ ਰੂਪ ਹੈ। ਤਿਸ ਵਿਦ ਲਖਿਓ ਗਾ ਤਿਨ ਕੇਰੀ। ਇਸ ਤਰ੍ਹਾਂ ਦੀ ਇਹਨਾਂ ਦੀ ਗਤੀ ਹੈ। ਪੰਡਤ ਕਹਿੰਦਾ ਨਾ ਵੀ ਮੈਂ ਮਹਾਰਾਜ ਦੇ ਦਰਸ਼ਨ ਨਹੀਂ ਕਰਾਂਗਾ, ਮੈਂ ਨਹੀਂ ਕੋਲ ਜਾਵਾਂਗਾ, ਮਹਾਰਾਜ ਨੇ ਮੈਨੂੰ ਦਾਨ ਪਹਿਲਾਂ ਨਹੀਂ ਦਿੱਤਾ, ਦੂਜਿਆਂ ਨੂੰ ਪਹਿਲਾਂ ਦਿੱਤਾ। ਸਿੱਖ ਸਮਝਾਉਂਦਾ ਪਿਆ ਪੰਡਤ ਜੀ ਨਾਰਾਜ਼ ਨਾ ਹੋਵੋ, ਇਹਨਾਂ ਨੇ ਤੇ ਸਮਾਂ ਪੈਣ ਤੇ ਵੱਖਰੇ ਵੱਖਰੇ ਅਵਤਾਰ ਧਾਰੇ ਨੇ। ਕਦੇ ਨਰ ਸਿੰਘ ਬਣੇ ਨੇ, ਕਦੇ ਬਰਾਹ ਅਵਤਾਰ ਬਣ ਗਏ ਨੇ। ਇਹਨਾਂ ਦੇ ਤਨ ਦੀ ਕਿਰਿਆ ਤੇ ਐਸੀ ਹੈ, ਜਿਹੋ ਜਿਹਾ ਚਾਹੁਣ ਉਹੋ ਜਿਹਾ ਸਰੂਪ ਬਣਾ ਲੈਂਦੇ ਹਨ। ਭਗਤ ਰੀਤ ਕੀ ਰਹਿਤ ਕਨੇਰੀ। ਕਿਉਂਕਿ ਇਹ ਭਗਤੀ ਦੇ ਵਿੱਚ ਰਹਿਣ ਵਾਲੇ ਜਿਹੜੇ ਵਿਅਕਤੀ ਨੇ ਉਹਨਾਂ ਨੂੰ ਸੁੱਖ ਦੇਣਾ ਚਾਹੁੰਦੇ ਨੇ ਕਿ ਮੇਰੇ ਭਗਤਾਂ ਨੂੰ ਸੁੱਖ ਮਿਲੇ। ਪ੍ਰਮਾਤਮਾ ਇਹ ਬਚਨ ਕਰਦਾ ਹੈ, ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ, ਸਾਧਨ ਕੇ ਸੁਖੀ। ਇਹ ਬਚਨ 10ਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਲਿਖੇ। ਜਦੋਂ ਕੋਈ ਰੱਬ ਦੀ ਬੰਦਗੀ ਕਰਨ ਵਾਲੇ ਨੂੰ ਦੁਖੀ ਕਰਦਾ, ਉਹਦੇ ਦੁੱਖ ਨੂੰ ਵੇਖ ਕੇ ਪ੍ਰਮਾਤਮਾ ਦੁਖੀ ਹੋ ਜਾਂਦਾ। ਜਦੋਂ ਕੋਈ ਬੰਦਗੀ ਕਰਨ ਵਾਲੇ ਨੂੰ ਖੁਸ਼ ਕਰਦਾ, ਉਹਦੀ ਖੁਸ਼ੀ ਵੇਖ ਕੇ ਪ੍ਰਮਾਤਮਾ ਖੁਸ਼ ਹੋ ਜਾਂਦਾ ਹੈ। ਸੋ ਕਹਿਣ ਲੱਗੇ ਇਹ ਉਹਦੀ ਮਰਿਆਦਾ, ਇਹ ਉਹਦੀ ਇੱਕ ਰੀਤ ਹੈ
ਕਿ ਆਪਣੇ ਸੰਤਾਂ ਨੂੰ ਸਿੱਖਾਂ ਨੂੰ ਵੇਖ ਕੇ ਉਹ ਖੁਸ਼ ਹੁੰਦਾ ਹੈ। ਰੂਪ ਵਾਸਤਵ ਨਹੀਂ ਲਖਾਇਓ। ਪਰ ਉਹਨਾਂ ਦਾ ਕੋਈ ਰੂਪ ਨਹੀਂ ਹੈ, ਪਰਮਾਤਮਾ ਦਾ ਕੋਈ ਰੂਪ ਨਹੀਂ। ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ, ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ। ਸਕਤ ਕਹੇ। ਇਹ ਮਹਾਰਾਜ ਨੇ ਬਚਨ ਲਿਖੇ ਕਿ ਅਕਾਲ ਪੁਰਖ ਦਾ ਕੋਈ ਰੂਪ ਨਹੀਂ ਹੈ। ਕੋਈ ਇਹ ਨਹੀਂ ਕਹਿ ਸਕਦਾ ਵੀ ਰੱਬ ਦਾ ਇੰਨਾ ਕੱਦ ਹੈ, ਉਹ ਇੰਨਾ ਮਧਰਾ, ਇੰਨਾ ਮੋਟਾ, ਇੰਨਾ ਕਾਲਾ। ਨਹੀਂ, ਕੋਈ ਵਰਣਨ ਕਰ ਹੀ ਨਹੀਂ ਸਕਦਾ, ਕਿਉਂਕਿ ਉਹਦਾ ਰੂਪ ਕੋਈ ਹੈ ਹੀ ਨਹੀਂ। ਜਿਵੇਂ ਦਾ ਤੂੰ ਆਪਣੇ ਮਨ ਦੇ ਵਿੱਚ ਉਹਦੀ ਤਸਵੀਰ ਬਣਾਏਗਾ, ਰੱਬ ਇਹੋ ਜਿਹਾ ਹੋਵੇਗਾ, ਉਹ ਉਸੇ ਤਰ੍ਹਾਂ ਦਾ ਹੀ ਬਣ ਕੇ ਤੇਰੇ ਸਾਹਮਣੇ ਆ ਜਾਏਗਾ। ਕਿਉਂਕਿ ਅਸਲ ਦੇ ਵਿੱਚ ਉਹਦਾ ਕੋਈ ਸਰੀਰ ਹੀ ਨਹੀਂ ਹੈ, ਨਾ ਹੀ ਉਹਦਾ ਕੋਈ ਸਰੂਪ ਹੈ। ਜਿਹੋ ਜਿਹੀ ਕਲਪਨਾ ਤੂੰ ਕੀਤੀ ਉਹੋ ਜਿਹਾ ਉਹ ਬਣ ਗਿਆ। ਸਤਿਗੁਰੂ ਬਖਸ਼ਿਸ਼ ਕਰਦੇ, ਕਹਿਣ ਲੱਗੇ ਰੂਪ ਵਾਸਤਵ ਨਹੀਂ ਲਖਾਇਓ। ਉਹਦਾ ਵਾਸਤਵ ਸਰੂਪ ਤੇ ਕਿਸੇ ਨੇ ਜਾਣਿਆ ਨਹੀਂ ਹੈ। ਆਸ਼ਾ ਅਪਰ ਸੋਨਹਿ ਤੁਮ ਪਾਇਓ। ਸਤਿਗੁਰਾਂ ਦਾ ਕੁਝ ਆਸ਼ਾ ਹੋਰ ਹੈ, ਪਰ ਤੂੰ ਉਸ ਨੂੰ ਜਾਣਿਆ ਨਹੀਂ। ਪੰਡਤ ਜੀ, ਮਹਾਰਾਜ ਜੱਗ ਨਹੀਂ ਸਨ ਕਰਨਾ, ਹਵਨ ਨਹੀਂ ਸਨ ਕਰਨਾ, ਕਰਾਉਣਾ ਚਾਹੁੰਦੇ, ਪਰ ਮਹਾਰਾਜ ਦਾ ਸਿਧਾਂਤ ਕੁਝ ਹੋਰ ਸੀ ਕਿ ਧਰਮ ਦਾ ਨਾਂ ਲੈ ਕੇ ਲੋਕ ਦੁਨੀਆ ਨੂੰ ਕਿੰਨਾ ਕੁ ਠੱਗਦੇ ਨੇ, ਧਰਮ ਦਾ ਨਾਂ ਲੈ ਕੇ ਦੁਨੀਆ ਨੂੰ ਕਿੰਨਾ ਕੁ ਕਮਜ਼ੋਰ ਕੀਤਾ ਜਾਂਦਾ। ਮਹਾਰਾਜ ਇਹ ਵਿਖਾਉਣਾ ਚਾਹੁੰਦਾ। ਇਹ ਕਮਜ਼ੋਰ ਕਰਨ ਵਾਲੀ ਗੱਲ ਹੈ ਕਿ ਤੁਸੀਂ ਕੁਝ ਨਾ ਕਰੋ, ਫਲਾਣਾ ਦੇਵਤਾ ਆਵੇਗਾ, ਉਹ ਤੁਹਾਡੀ ਮਦਦ ਕਰੇਗਾ। ਉਸ ਦੇਵਤੇ ਦੇ, ਉਸ ਪੈਗੰਬਰ ਦੇ ਆਸ ਰੱਖ ਕੇ ਬੈਠੇ ਰਹਿਣਾ। ਮਹਾਰਾਜ ਕਹਿਣ ਲੱਗੇ ਕੋ ਕਿਸੀ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਬਲ ਸੇ ਲੈ ਹੈ। ਘਰੇ ਬੈਠਿਆਂ ਕੋਈ ਰਾਜ ਭਾਗ ਨਹੀਂ ਦਿੰਦਾ, ਕੋਈ ਕੁਰਸੀ ਨਹੀਂ ਦਿੰਦਾ, ਕੋਈ ਬਾਦਸ਼ਾਹਤ ਨਹੀਂ ਦਿੰਦਾ। ਉਹਦੇ ਲੈਣ ਵਾਸਤੇ ਆਪ ਜਾ ਕੇ ਡਟਣਾ ਪੈਂਦਾ, ਜੰਗ ਵਿੱਚ ਲੜਨਾ ਪੈਂਦਾ, ਫਿਰ ਜਾ ਕੇ ਰਾਜ ਭਾਗ ਕਾਇਮ ਹੁੰਦੇ। ਜੇ ਕੋਈ ਬੰਦਾ ਆਖੇ ਵੀ ਘਰੇ ਬੈਠਿਆਂ ਹੀ ਸਭ ਕੁਝ ਮਿਲੇ, ਕਰਾਂ ਕੁਝ ਨਾ, ਇਸ ਤਰ੍ਹਾਂ ਨਹੀਂ ਹੁੰਦਾ। ਇਹ ਆਪਣੇ ਆਪ ਨੂੰ ਕਮਜ਼ੋਰ ਕਰਨ ਵਾਲੀ ਗੱਲ ਹੈ ਵੀ ਮੈਂ ਕਰਾਂ ਕੁਝ ਨਾ, ਮੈਨੂੰ ਬੈਠਿਆਂ ਹੀ ਸਭ ਕੁਝ ਮਿਲੇ। ਕਿਵੇਂ ਮਿਲੇਗਾ? ਇਸ ਕਰਕੇ ਸਤਿਗੁਰਾਂ ਦਾ ਸਿਧਾਂਤ ਇਹ ਹੈ, ਲੋਕ ਆਖਦੇ ਮੰਤਰ ਪੜ੍ਹ ਕੇ ਹੀ ਸਭ ਕੁਝ ਹੋ ਜਾਵੇ, ਮੰਤਰਾਂ ਦੇ ਵਸ਼ ਵਿੱਚ ਹੀ ਸਭ ਕੁਝ ਕਰ ਲਈਏ, ਮੰਤਰਾਂ ਨਾਲ ਹੀ ਜਿੱਤ ਮਿਲ ਜਾਵੇ। ਕਿਵੇਂ ਮਿਲੇਗੀ? ਬਾਬਰ ਬਾਦਸ਼ਾਹ ਕਾਬਲ ਤੋਂ ਬੜੀ ਵੱਡੀ ਫੌਜ ਲੈ ਕੇ ਚੱਲਿਆ ਤੇ ਏਮਨਾਬਾਦ ਦੇ ਜਿਹੜੇ ਪਠਾਨ ਸਨ, ਉਹਨਾਂ ਨੂੰ ਖਬਰ ਮਿਲ ਗਈ ਵੀ ਇਹਨੇ ਸਾਡੇ ਤੇ ਹੀ ਹਮਲਾ ਕਰਨਾ। ਕਿਉਂਕਿ ਏਮਨਾਬਾਦ ਦੇ ਜਿਹੜੇ ਪਠਾਨ ਸਨ ਉਹ ਮਾਲੀਆ ਟੈਕਸ ਨਹੀਂ ਸਨ ਉਤਾਰਦੇ। ਸਰਕਾਰ ਨੂੰ ਕਹਿਣ ਲੱਗੇ ਵੀ ਅਸੀਂ ਨਹੀਂ ਮੰਨਦੇ ਕਿਸੇ ਬਾਦਸ਼ਾਹ ਨੂੰ, ਅਸੀਂ ਖੁਦ ਹੀ ਬਾਦਸ਼ਾਹ। ਤੇ ਬਾਬਰ ਬਾਦਸ਼ਾਹ ਫੌਜ ਲੈ ਕੇ ਚੱਲ ਪਿਆ। ਖਬਰ ਮਿਲ ਗਈ ਪਠਾਨਾਂ ਨੂੰ ਵੀ ਮਹਾਰਾਜ, ਖਬਰ ਮਿਲ ਗਈ ਪਠਾਨਾਂ ਨੂੰ ਵੀ ਬਾਦਸ਼ਾਹ ਆਉਂਦਾ ਪਿਆ। ਤੇ ਪਠਾਨਾਂ ਨੇ ਉਸ ਵੇਲੇ ਕੁਝ ਕਾਜੀ, ਕੁਝ ਮੁਲਾਣੇ ਬੁਲਾਏ, ਕੁਝ ਤਾਂਤਰਕ ਬੁਲਾ ਲਏ, ਮੰਤਰ ਪੜ੍ਹਨ ਵਾਲੇ। ਤੇ ਮੰਤਰ ਪੜ੍ਹਨ ਵਾਲਿਆਂ ਨੇ ਆਖਿਆ ਵੀ ਤੁਸੀਂ ਕੁਝ ਨਹੀਂ ਕਰਨਾ ਪਠਾਨੋ, ਤੁਸੀਂ ਆਪਣੇ ਘਰ ਵਿੱਚ ਬੈਠੋ, ਮੌਜਾਂ ਕਰੋ, ਅਸੀਂ ਇਹੋ ਜਿਹਾ ਮੰਤਰ ਪੜਾਂਗੇ ਬਾਬਰ ਦੀ ਫੌਜ ਅੰਨੀ ਕਰ ਦਿਆਂਗੇ, ਫੌਜ ਨੂੰ ਦਿਸੇਗਾ ਹੀ ਕੁਝ ਨਹੀਂ ਇੱਥੇ ਆ ਕੇ। ਅਸੀਂ ਇਹੋ ਜਿਹਾ ਮੰਤਰ ਫੂਕਾਂਗੇ, ਜਦੋਂ ਤੁਹਾਡੀ ਹੱਦ ਵਿੱਚ ਆਉਣਗੇ ਅੰਨੇ ਹੋ ਜਾਣਗੇ ਸਾਰੇ ਸਿਪਾਹੀ, ਉਹਨਾਂ ਤੋਂ ਕੁਝ ਨਹੀਂ ਹੋਣਾ, ਤੁਹਾਡਾ ਉਹਨਾਂ ਕੁਝ ਵਿਗਾੜਨਾ ਨਹੀਂ। ਮੰਤਰਾਂ ਤੇ ਭਰੋਸਾ ਕਰਕੇ ਪਠਾਨਾਂ ਨੇ ਕੋਈ ਤਿਆਰੀ ਨਹੀਂ ਕੀਤੀ ਲੜਨ ਵਾਸਤੇ। ਬਸ ਇਹਨਾਂ ਨੇ ਮੰਤਰ ਪੜ੍ਹ ਕਹਿਣ ਲੱਗੇ ਸਨ ਵੀ ਅਸੀਂ ਮੰਤਰ ਦਿਆਂਗੇ। ਸਾਰਿਆਂ ਦੀ ਗੱਲ, ਕੋਈ ਮੁਗਲ ਨਾ ਹੋਵਾ ਅੰਧਾ, ਕੋਈ ਤੋਂ ਭਾਵ ਵੀ ਇੱਕ ਵੀ ਅੰਨਾ ਨਹੀਂ ਕਰ ਸਕਦੇ। ਸਾਰੀ ਫੌਜ ਨੂੰ ਅੰਨਾ ਕਰਨਾ ਤੇ ਦੂਰ ਦੀ ਗੱਲ ਹੈ। ਉਹਨਾਂ ਦਾ ਇੱਕ ਵੀ ਮੰਤਰ ਬਾਬਰ ਦੀ ਫੌਜ ਨੂੰ ਅੰਨਾ ਨਹੀਂ ਕਰ ਸਕਿਆ, ਕੋਈ ਨਹੀਂ ਚੱਲਿਆ। ਲੋਕ ਇਹ ਗੱਲ ਕਹਿੰਦੇ ਵੀ ਤੁਹਾਨੂੰ ਕਰਨਾ ਕੁਝ ਨਹੀਂ ਪਵੇ, ਮੈਂ ਪੜਾਂਗਾ ਸਭ ਕੁਝ ਆਪੇ ਹੀ ਹੋ ਜਾਏਗਾ। ਇਹ ਵਿਅਕਤੀ ਫਿਰ ਮੰਤਰ ਤੇ ਆਸਰਾ ਕਰ ਲੈਂਦਾ ਹੈ
ਤੇ ਆਪਣਾ ਜਿਹੜੀ ਤਾਕਤ ਵਿਖਾਉਣੀ ਹੈ ਜਾਂ ਆਪਣੀ ਜਿਹੜੀ ਮਿਹਨਤ ਕਰਨੀ ਉਹਨੂੰ ਛੱਡ ਬੈਠਦਾ ਵੀ ਮੰਤਰ ਹੀ ਪੜਾਂਗੇ ਤੇ ਸਭ ਕੁਝ ਹੋ ਜਾਣਾ। ਤੇ ਉਹ ਫਿਰ ਵਿਅਕਤੀ ਨਿਕੰਮਾ ਹੋ ਜਾਂਦਾ, ਕਿਸੇ ਕੰਮ ਨਹੀਂ ਆਉਂਦਾ ਹੈ। ਸਤਿਗੁਰੂ ਇੱਥੇ ਸਿਧਾਂਤ ਸਮਝਾਉਣਾ ਚਾਹੁੰਦੇ ਨੇ ਵੀ ਜੇ ਤੁਸੀਂ ਆਪੇ ਹੀ ਜਾ ਕੇ ਲੜੀ ਨਹੀਂ ਹੁੰਦਾ, ਸ਼ਕਤੀ ਪ੍ਰਗਟ ਹੋਣੀ ਹੈ ਨਾ ਕਿਸੇ ਪਰ ਸਤਿਗੁਰੂ ਮਹਾਰਾਜ ਸਾਹਿਬ ਜੀਆਂ ਦੇ ਤਰਕ ਹੈ। ਗੁਰੂ ਜੀ ਨੇ ਆਪਣੀ ਬਾਣੀ ਵਿੱਚ ਮਹਾਰਾਜ ਨੇ ਤਰਕ ਕੀਤੀ ਹੈ। ਲੋਕਾਂ ਨੇ ਬਰਮਾ ਨੂੰ ਵੱਡਾ ਆਖਿਆ, ਸ਼ਿਵਜੀ ਨੂੰ ਵੱਡਾ ਆਖਿਆ, ਵਿਸ਼ਨੂੰ ਨੂੰ ਵੱਡਾ ਆਖਿਆ, ਇੰਦਰ ਨੂੰ ਵੱਡਾ ਆਖਿਆ, ਪਰ ਮਹਾਰਾਜ ਨੇ ਆਖਿਆ, ਕਹਿਣ ਲੱਗੇ ਜਿਨ੍ਹਾਂ ਨੂੰ ਵੱਡੇ ਆਖਦੇ ਹੋ, ਕਾਲ ਪਾਏ ਬ੍ਰਹਮਾ ਬਵਤਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਗਲ ਕਾਲ ਕਾ ਯਤਮਸ। ਇਹ ਸਾਰੇ ਸਮੇਂ ਦੇ ਬੱਧੇ ਹੋਏ ਨੇ। ਕਾਲ ਨਾਮ ਸਮੇਂ ਦਾ ਹੀ ਹੈ। ਸਮਾਂ ਆਇਆ, ਇਹ ਦੇਵਤੇ ਪੈਦਾ ਹੋਏ। ਸਕਲ ਕਾਲ ਕਾ ਸਤਿਗੁਰਾਂ ਨੇ ਲਿਖਿਆ, ਕਹਿਣ ਲੱਗੇ ਬ੍ਰਹਮਾ ਹੋਵੇ, ਭਾਵੇਂ ਵਿਸ਼ਨੂੰ ਹੋਵੇ, ਭਾਵੇਂ ਸ਼ਿਵਜੀ ਹੋਵੇ, ਸੋ ਇਹ ਸਾਰੇ ਜਿਹੜੇ ਨੇ ਨਾ ਆਪਣੇ ਆਪ ਨੂੰ ਵੱਡਾ ਤੇ ਕਹਿੰਦੇ, ਪਰ ਮਹਾਰਾਜ ਨੇ ਇਹਨਾਂ ਨੂੰ ਸਮੇਂ ਦੇ ਅਧੀਨ ਲਿਖਿਆ, ਇਹਨਾਂ ਨੂੰ ਕਰਮ ਭੋਗਣ ਵਾਲੇ ਲਿਖਿਆ। ਸਹੰਸਰ ਦਾਨ ਦੇ ਇੰਦਰ ਰਵਾਇਆ, ਗੁਰੂ ਗ੍ਰੰਥ ਸਾਹਿਬ ਦਾ ਬਚਨ। ਇੰਦਰ ਨੂੰ ਦੇਵਤਿਆਂ ਦਾ ਰਾਜਾ ਮੰਨਿਆ। ਪਰਸਰਾਮ ਰੋਵੈ ਕਰ ਆਇਆ, ਪਰਸ਼ੂਨਾਮ ਦਾ ਵੀ ਅਵਤਾਰ ਮੰਨਿਆ। ਹਿੰਦੂ ਮਤ ਦੇ ਵਿੱਚ ਪਰਸ਼ੂਰਾਮ ਨੂੰ ਵੀ ਅਵਤਾਰ ਹੀ ਮੰਨਦੇ ਨੇ। ਸਹੰਸਰਦਾਨ ਦੇ ਇੰਦਰ ਰਵਾਇਆ, ਪਰਸਰਾਮ ਰੋਵੈ ਕਰ ਆਇਆ, ਅਜੈਸ ਰੋਵੈ ਭਿਖਿਆ ਖਾਏ, ਐਸੀ ਦਰਗਹਿ ਮਿਲੈ ਸਜਾਵੇ ਸਜਾਏ, ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਿਆ। ਇਹ ਸਾਰੇ ਸ਼ਬਦ ਵਿੱਚ ਮਹਾਰਾਜ ਨੇ ਲਿਖਿਆ ਵੀ ਵੱਡੇ ਵੱਡੇ ਦੇਵਤੇ, ਅਵਤਾਰ, ਪੈਗੰਬਰ ਦੁਨੀਆ ਤੇ ਰੋਂਦੇ ਵੇਖੇ ਗਏ। ਰੋਣ ਨੂੰ ਕਿਹਦਾ ਜੀਅ ਕਰਦਾ? ਆਪਣਾ ਜੀਅ ਕਰਦਾ ਵੀ ਆਪਾਂ ਰੋਈਏ? ਆਪਣਾ ਜੀਅ ਇਹ ਕਰਦਾ ਵੀ ਸਾਨੂੰ ਚਾਰ ਸਫੇਰੇ ਤੋਂ ਠੰਡੀਆਂ ਹਵਾਵਾਂ ਆਉਣ, ਸਾਨੂੰ ਖੁਸ਼ੀਆਂ ਦੇ ਸਿਣੇ ਮਿਲਣ, ਅਸੀਂ ਖੁਸ਼ ਰਹੀਏ। ਕਿਹਦਾ ਜੀਅ ਕਰਦਾ ਵੀ ਮੇਰਾ ਮਾਂ ਬਾਪ ਪੂਰਾ ਹੋ ਜਾਵੇ, ਮੇਰਾ ਭੈਣ ਭਰਾ ਕੋਈ ਨਾ ਰਵੇ ਦੁਨੀਆ ਤੇ, ਮੇਰਾ ਕੋਈ ਕੰਮਕਾਰ ਖਰਾਬ ਹੋ ਜਾਵੇ, ਵਿਗੜ ਜਾਵੇ ਤੇ ਮੈਂ ਦੁੱਖ ਦੇ ਵਿੱਚ ਰੋਵਾਂ? ਰੋਣ ਨੂੰ ਕਿਸੇ ਦਾ ਜੀਅ ਨਹੀਂ ਕਰਦਾ। ਹੱਸਣਾ ਹੀ ਸਾਰੀ ਦੁਨੀਆ ਚਾਹੁੰਦੀ ਹੈ, ਖੁਸ਼ ਰਹਿਣਾ ਚਾਹੁੰਦੇ ਨੇ, ਦੁਖੀ ਨਹੀਂ ਕੋਈ ਹੋਣਾ ਚਾਹੁੰਦਾ। ਜੇ ਦੁਖੀ ਕੋਈ ਨਹੀਂ ਹੋਣਾ ਚਾਹੁੰਦਾ ਤੇ ਫਿਰ ਰੋਵੈ ਰਾਮ ਨਿਕਾਲਾ ਭਇਆ, ਰਾਮ ਚੰਦਰ ਕਿਉਂ ਰੋਇਆ? ਉਹਨੂੰ ਰੋਣ ਦਾ ਕੋਈ ਚਾਅ ਥੋੜ੍ਹੀ ਚੜਿਆ ਸੀ ਵੀ ਮੈਂ ਚਾਅ ਦੇ ਨਾਲ, ਖੁਸ਼ੀ ਦੇ ਨਾਲ ਰੋਵਾਂ। ਦੁੱਖ ਕਰਕੇ ਰੋਇਆ। ਜੇ ਦੁੱਖ ਕਰਕੇ ਰੋਇਆ, ਇਹਦਾ ਮਤਲਬ ਹੈ ਵੀ ਉਹ ਉਸ ਦੁੱਖ ਨੂੰ ਉਹ ਟਾਲ ਨਹੀਂ ਸੀ ਸਕਦਾ, ਉਹ ਦੁੱਖ ਉਹਨੂੰ ਝੱਲਣਾ ਪੈਣਾ ਸੀ, ਤਾਂ ਰੋਇਆ। ਸਤਿਗੁਰਾਂ ਨੇ ਇਹ ਲਿਖਿਆ, ਜਿਨ੍ਹਾਂ ਨੂੰ ਤੁਸੀਂ ਵੱਡੇ ਆਖਦੇ ਹੋ, ਉਹ ਵੱਡੇ ਵੀ ਦੁਨੀਆ ਵਿੱਚ ਰੋਂਦੇ ਵੇਖੇ ਗਏ। ਇੰਦਰ ਕਹਿੰਦੇ, ਕੁਝ ਦੁਨੀਆ ਦੇ ਲੋਕ ਕਹਿੰਦੇ ਫਲਾਣਾ ਮਰ ਗਿਆ, ਉਹ ਸਵਰਗਵਾਸੀ ਹੋ ਗਿਆ, ਤੇ ਸਵਰਗਾਂ ਦਾ ਰਾਜਾ ਇੰਦਰ ਹੈ। ਤੂੰ ਤੇ ਸਵਰਗਾਂ ਵਿੱਚ ਜਾਣ ਦੀ ਗੱਲ ਕਰਦਾ। ਜਿਹੜਾ ਸਵਰਗਾਂ ਦਾ ਮਾਲਕ ਹੈ, ਦੁਨੀਆ ਨੇ ਤੇ ਉਹ ਵੀ ਰੋਂਦਾ ਹੋਇਆ ਵੇਖਿਆ ਹੈ, ਉਹ ਵੀ ਰੋਂਦਾ ਪਿਆ ਕਿਸੇ ਨਾ ਕਿਸੇ ਦੁੱਖ ਕਰਕੇ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਮੈਂ ਨਾ ਅਗਨਿਸੈ ਪ੍ਰਸੰਮ ਨਾਉ ਕਿਸਨ ਬਿਸਨ।
ਕੀਤੀ ਹੈ ਪੰਡਤ ਜੀ, ਤੁਹਾਨੂੰ ਥੋੜੀ ਕੁਝ ਕਿਹਾ। ਮੰਨ ਲਓ ਕੋਈ ਵੱਡਾ ਵਡੇਰਾ, ਕੋਈ ਪੈਗੰਬਰ ਕੋਈ ਕਰਮ ਦੀ ਗਲਤੀ ਕਰ ਬੈਠਾ ਹੈ, ਇਹਦਾ ਮਤਲਬ ਸਾਰੀ ਕੌਮ ਨੂੰ ਤੇ ਮਾੜਾ ਨਹੀਂ ਨਾ ਕਿਹਾ। ਜਿਹਨੇ ਜੋ ਕੁਝ ਕੀਤਾ, ਸੰਕਰਾ ਮਸਤਕ ਬਸਤਾ ਸੁਰ ਸਰੀ ਇਸ਼ਨਾਨ ਰੇ, ਕੁਲ ਜਨ ਮਧੇ ਮਿਲਿਓ ਸਾਰੰਗ ਪਾਨ ਰੇ, ਕਰਮ ਕਰ ਕਲੰਕ ਮਫੀਟ ਸਰੀ। ਸਿਰਫ ਫੱਕ ਨੇ ਕਿਹਾ ਹੈ ਕਹਿੰਦੇ ਫੱਕ ਨੂੰ ਖਾਣੇ ਪਏ, ਪਰ ਫੱਕ ਨੂੰ ਤਾਂ ਖਾਣੇ ਪਏ ਕਿਉਂਕਿ ਖਾਣ ਵਾਲੇ ਨੇ ਚੌਲ ਖਾਣੇ ਚੌਲ ਦੀ ਸੰਗਤ ਨਾ ਕਰੇ, ਪਾਸੇ ਰਵੇ, ਚੌਲ ਰਵੇ ਪਾਸੇ, ਤੇ ਫੱਕ ਨੂੰ ਕਦੇ ਵੀ ਡੰਡਾ ਨਾ ਫੱਕ ਨੂੰ ਡੰਡੇ ਤਾਂ ਦਿਓ, ਚੌਲ ਦੇ ਨਾਲ ਮਹਾਰਾਜ ਕਹਿਣ ਲੱਗੇ ਉਹ ਆਖਦਾ ਮੈਂ ਇਸ਼ਨਾਨ ਕੀਤਾ, ਮੇਰੇ ਤੇ ਪਾਪ ਹੈ, ਗੰਗਾ ਦੇ ਇਸ਼ਨਾਨ ਨੂੰ ਪਵਿੱਤਰ ਮੰਨਿਆ। ਚਲੋ ਮੰਨ ਲਓ ਵੀ ਗੰਗਾ ਦੇ ਪਾਣੀ ਵਿੱਚ ਉਨੀ ਤਾਕਤ ਨਹੀਂ ਰਹੀ, ਪਰ ਜਿੱਥੋਂ ਚੱਲਦੀ ਹੋਵੇਗੀ ਉੱਥੇ ਤੇ ਬੜੀ ਸੁੱਚੀ ਹੋਵੇਗੀ ਨਾ, ਪਵਿੱਤਰ ਹੋਵੇਗੀ ਨਾ, ਉੱਥੋਂ ਦੇ ਪਾਣੀ ਵਿੱਚ ਤੇ ਬੜੀ ਤਾਕਤ ਹੋਵੇਗੀ ਨਾ। ਜਿੱਥੋਂ ਗੰਗਾ ਨਿਕਲੀ ਹੈ, ਚੰਦਰਮਾ ਉੱਥੇ ਬੈਠਾ ਹੋਇਆ, ਰੋਜ਼ ਪਾਣੀ ਉਹਦੇ ਸਿਰ ਵਿੱਚ ਪੈਂਦਾ, ਮਣਾ ਮੂੰਹ ਪਾਣੀ ਪੈਂਦਾ ਹੈ, ਟੰਨਾਂ ਦੇ ਹਿਸਾਬ ਨਾਲ, ਕੁਆਂਟਲਾਂ ਦੇ ਹਿਸਾਬ ਨਾਲ। ਸੁਰਸਰੀ ਇਸ਼ਨਾਨ ਰੇ, ਸੁਰਸਰੀ ਗੰਗਾ ਨੂੰ ਆਖਿਆ, ਗੰਗਾ ਵਿੱਚ ਇਸ਼ਨਾਨ ਕੀਤਾ ਚੰਦਰਮਾ ਨੇ। ਫਿਰ ਆਪਾਂ ਆਖਦੇ ਹਾਂ ਨਾ, ਕੁੱਲ ਵਿੱਚ ਕੋਈ ਚੰਗਾ ਬੱਚਾ ਪੈਦਾ ਹੋ ਜਾਵੇ ਤੇ ਸਾਰਿਆਂ ਦੇ ਦਾਗ ਧੋ ਦਿੰਦਾ। ਸਾਡੀ ਕੁੱਲ ਵਿੱਚ ਕੋਈ ਇਹੋ ਜਿਹਾ ਬੱਚਾ ਪੈਦਾ ਹੋਵੇ ਜਿਹੜਾ ਇੰਨਾ ਨਾਮ ਖੱਟੇ ਵੀ ਬਾਕੀ ਸਾਰੇ ਵੱਡੇ ਵਡੇਰਿਆਂ ਦੀਆਂ ਕਰਤੂਤਾਂ ਛੁਪ ਜਾਣ, ਉਹ ਆਪਣੀ ਕੁੱਲ ਨੂੰ ਇੰਨਾ ਉੱਚਾ ਲੈ ਜਾਵੇ, ਸਤਿਕਾਰਯੋਗ ਬਣਾ ਦੇਵੇ। ਚੰਦਰਮਾ ਦੀ ਕੁੱਲ ਦੇ ਵਿੱਚ ਕ੍ਰਿਸ਼ਨ ਜੀ ਪੈਦਾ ਹੋਏ, ਚੰਦਰਵੰਸ਼ੀ ਨੇ ਕ੍ਰਿਸ਼ਨ ਜੀ ਚੰਦਰਮਾ ਦੀ ਕੁੱਲ ਵਿੱਚ ਪੈਦਾ ਹੋਏ। ਕੁੱਲ ਜਨ ਮਧੇ ਮਿਲਿਓ ਸਾਰੰਗ ਪਾਨ ਰੇ, ਕਰਮ ਕਰ ਕਲੰਕ ਮਫੀਟ ਸਰੀ। ਪਰ ਕਰਮਾਂ ਕਰਕੇ ਜਿਹੜਾ ਕਲੰਕ ਚੰਦਰਮਾ ਨੂੰ ਲੱਗਾ, ਧੋ ਕੋਈ ਨਹੀਂ ਸਕਿਆ। ਨਾ ਇਸ਼ਨਾਨ ਕਰਨ ਦੇ ਨਾਲ ਗੰਗਾ ਵਿੱਚ, ਨਾ ਕ੍ਰਿਸ਼ਨ ਨੂੰ ਆਪਣੀ ਕੁੱਲ ਵਿੱਚ ਲਿਆਉਣ ਕਰਕੇ। ਚੰਦਰਮਾ ਅੱਜ ਵੀ 15 ਦਿਨ ਘਟਦਾ ਤੇ 15 ਦਿਨ ਵੱਧਦਾ ਦੁਨੀਆ ਵੇਖ। ਸੂਰਜ ਕਿਉਂ ਨਹੀਂ ਵੱਧਦਾ ਘਟਦਾ? ਇਹ ਇੰਦਰ ਦੀ
ਮਹਾਰਾਜ ਕਹਿਣ ਲੱਗੇ ਸੰਗਤ ਜਿਹੜੀ ਹੈ ਜਿਹੋ ਜਿਹਾ ਬੰਦੇ ਦੀ ਕਰੇਗਾ ਉਹੋ ਜੀ ਸਜ਼ਾ ਮਿਲੇਗੀ। ਪਰ ਇੱਥੇ ਪੰਡਤ ਜੀ ਤੈਨੂੰ ਅਸੀਂ ਮਾੜਾ ਨਹੀਂ ਆਖਦੇ, ਹਾਂ ਤਉ ਬਹੁ ਲੋਕ ਹਿਰਦੈ ਮਲਹਤੇ, ਇਸ ਤਰ੍ਹਾਂ ਬਹੁਤ ਸਾਰੇ ਲੋਕ ਕਹਿੰਦੇ ਹਨ। ਸਭ ਕੋ ਤਰਕਤ ਭੇਸ ਥਾਈ, ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਿਸੇ ਦੇ ਉੱਪਰ ਤਰਕ ਨਹੀਂ ਕਰਦੇ, ਪਰ ਚੰਗੀ ਬਾਤ ਚੰਗੀ ਗੱਲ ਸਮਝਾਉਂਦੇ ਹਨ। ਪਰਮੇਸ਼ਵਰਤਾ ਆਪਨ ਜਨਾਈ, ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਖੁਦ ਪਰਮੇਸ਼ਰ ਨੇ, ਖੁਦ ਨਿਰੰਕਾਰ ਦਾ ਰੂਪ ਨੇ, ਖੁਦ ਅਕਾਲ ਪੁਰਖ ਹਨ। ਇਨ ਵਿਚਾਰ ਕਰ ਤਹਾਂ ਬਖਾਨਾ, ਸਤਿਗੁਰਾਂ ਨੇ ਇਹ ਵਿਚਾਰ ਆਖੇ ਨੇ, ਬਚਨ ਆਖੇ ਨੇ, ਤੇ ਤਾਂ ਮਹਾਰਾਜ ਐਸਾ ਬਚਨ ਕਰਦੇ ਹਨ। ਜੇ ਅਵਤਾਰ ਸੋ ਦਾਸ ਸਮਨ, ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ, ਕਹਿਣ ਲੱਗੇ ਜਿਹੜੇ ਅਵਤਾਰ ਹੋਏ ਹਨ ਨੂੰ ਜਿਹੜਾ ਕਮਜ਼ੋਰ ਮੰਨਿਆ ਹੈ ਪਰਮੇਸ਼ਰ ਦਾ ਰੂਪ। ਇਹ ਅਵਤਾਰਾਂ ਦੀ ਨਿਮਰਤਾ ਹੁੰਦੀ ਹੈ, ਸਭ ਕੁਝ ਹੁੰਦਿਆਂ ਹੋਇਆਂ ਕੋਲ ਨੀਵੇਂ ਰਹਿਣਾ, ਨਿਮਰਤਾ ਵਿੱਚ ਰਹਿਣਾ। ਕਬੀਰ ਸਭ ਤੇ ਹਮ ਬੁਰੇ, ਕਬੀਰ ਸਾਹਿਬ ਨੇ ਬਚਨ ਆਖਿਆ, ਇਹਦਾ ਮਤਲਬ ਇਹ ਨਹੀਂ ਵੀ ਕਬੀਰ ਸਾਹਿਬ ਪਾਪੀ ਨੇ ਜਾਂ ਮਾੜੇ ਨੇ ਜਾਂ ਬੁਰੇ ਨੇ, ਇਹ ਉਹਨਾਂ ਦੀ ਨਿਮਰਤਾ ਬੋਲਦੀ ਪਈ ਹੈ। ਕਿਉਂਕਿ ਜਿਹੜਾ ਭਾਂਡਾ ਭਰਿਆ ਹੋਵੇ ਨਾ, ਦਬਦਾ ਵੀ ਉਹੀ ਹੈ। ਜਿਹੜਾ ਗੱਡਾ ਭਰਿਆ ਨਾ ਸਮਾਨ ਦੇ ਨਾਲ, ਉਹ ਗੱਡੇ ਨੂੰ ਜਦੋਂ ਕੱਚੇ ਰਾਹ ਤੇ ਲੈ ਕੇ ਤੁਰੋਗੇ, ਉਹ ਗੱਡੇ ਦੇ ਪਹੀਏ ਧਰਤੀ ਵਿੱਚ ਧੱਸਦੇ ਜਾਣਗੇ। ਧੱਸਣ ਦਾ ਕਾਰਨ ਇਹ ਵੀ ਗੱਡਾ ਭਰਿਆ ਹੋਇਆ, ਤੇ ਜੇ ਉਹੀ ਗੱਡਾ ਵਿਹਲਾ ਹੋਵੇ ਤੇ ਉਹ ਭੱਜਾ ਜਾਂਦਾ, ਉਹ ਦਬਦਾ ਨਹੀਂ। ਜਿਹੜੇ ਸ਼ੁਭ ਗੁਣਾਂ ਦੇ ਨਾਲ ਭਰੇ ਨੇ, ਸਿਮਰਨ ਕਰਕੇ, ਬਾਣੀ ਪੜ੍ਹ ਕੇ, ਨਾਮ ਜਪ ਕੇ ਜਿਹੜੇ ਭਰੇ ਨੇ, ਨਿਮਰਤਾ ਵੀ ਉਹਨਾਂ ਵਿੱਚ ਹੀ ਹੈ। ਉਹੀ ਕਹਿੰਦੇ ਨੇ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ। ਰੁੱਖ ਭਰਿਆ ਹੋਵੇ ਨਾ ਫਲਾਂ ਦੇ ਨਾਲ, ਉਹ ਰੁੱਖ ਥੱਲੇ ਨੂੰ ਆਉਂਦਾ, ਖਾਲੀ ਜਿਹੜਾ ਉਹ ਤਾਂ ਉਹਨੂੰ ਜਾਂਦਾ। ਜਿਹੜੇ ਗੁਣ ਰੂਪੀ ਫਲ ਦੇ ਨਾਲ ਭਰੇ ਨੇ, ਉਹਨਾਂ ਵਿੱਚ ਨਿਮਰਤਾ ਆ ਜਾਂਦੀ। ਉਹ ਫਿਰ ਇਹ ਗੱਲ ਕਹਿੰਦੇ ਵੀ ਸਭ ਤੇ ਹਮ ਬੁਰੇ, ਆਪਾਂ ਭਾਈ ਸਭ ਤੋਂ ਮਾੜੇ ਹੀ ਆ, ਮੈਨੂੰ ਚੰਗਾ ਬਣਨ ਦੀ ਲੋੜ ਨਹੀਂ। ਕੋਈ ਮੈਨੂੰ ਚੰਗਾ ਕਵੇ, ਕੋਈ ਭਲਾ ਕਹੋ ਚਾਹੇ ਬੁਰਾ ਕਹੋ। ਹੁਣ ਸਾਨੂੰ ਜਾਂਦੇ ਨੂੰ ਆਖੇ ਨਾ ਬੱਲੇ ਬੱਲੇ ਸ਼ਾਬਾਸ਼, ਤੇਰੇ ਵਰਗਾ ਕੋਈ ਨਹੀਂ। ਅਸੀਂ ਖਲੋਵਾਂਗੇ ਉਹਦੇ ਕੋਲ, ਉਹਨੂੰ ਹੱਥ ਮਿਲਾਵਾਂਗੇ, ਉਹਨੂੰ ਚਾਹ ਪਾਣੀ ਵੀ ਪੁੱਛਾਂਗੇ, ਕਿੱਥੋਂ ਆਇਆ, ਕਿੱਥੇ ਚੱਲਿਆ, ਬੜੀਆਂ ਗੱਲਾਂ ਕਰਾਂਗੇ। ਜੇ ਸਾਨੂੰ ਕੋਈ ਤੁਰੇ ਜਾਂਦੇ ਨੂੰ ਮਗਰੋਂ ਕੰਨਾਂ 'ਚ ਆਵਾਜ਼ ਪੈ ਜਾਣਾ ਵੀ ਇਹ ਬੰਦਾ ਬੜਾ ਮਾੜਾ, ਤੇ ਅਸੀਂ ਉਹਦੇ ਗੱਲ ਪੈਣ ਤੱਕ ਜਾਂਦੇ ਹਾਂ ਵੀ ਇਹ ਕਿਉਂ ਗੱਲ ਕਹੀ। ਸਾਨੂੰ ਫਰਕ ਪੈਂਦਾ ਹੈ, ਕੋਈ ਮਾੜਾ ਕਵੇ ਤਾਂ ਵੀ, ਚੰਗਾ ਕਵੇ ਤੇ ਤਾਂ ਵੀ। ਰੱਬ ਦੇ ਭਗਤ ਇਹ ਗੱਲ ਕਹਿੰਦੇ, ਮੈਂ ਤੇ ਰੱਬ ਦੇ ਘਰ ਨੂੰ ਮੂੰਹ ਕਰਕੇ ਚੱਲਿਆ। ਕੋਈ ਭਲਾ ਕਹੋ, ਕੋਈ ਮੈਨੂੰ ਕਹਿ ਦੇਵੇ ਬੜੀ ਚੰਗੀ ਗੱਲ ਹੈ, ਕੋਈ ਆਖੇ ਬੁਰਾ ਕਹੋ, ਕੋਈ ਕਵੇ ਬੜਾ ਮਾੜਾ ਕੰਮ ਕਰਦਾ ਪਿਆ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਮੈਂ ਤੇ ਆਪਣਾ ਤਨ ਗੁਰੂ ਅੱਗੇ ਭੇਟ ਕਰ ਦਿੱਤਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਬਚਨ ਕਰਦੇ, ਕਹਿਣ ਲੱਗੇ ਭਗਤਾਂ ਦੀ ਇਹ ਨਿਮਰਤਾ ਹੈ। ਕਬੀਰ ਸਭ ਤੇ ਹਮ ਬੁਰੇ, ਮੈਂ ਆ ਸਭ ਤੋਂ ਮਾੜਾ ਆਦਮੀ ਭਾਈ। ਹਮ ਤਜ ਭਲੋ ਸਭ ਕੋਏ, ਮੈਨੂੰ ਛੱਡ ਕੇ ਸਾਰੀ ਦੁਨੀਆ ਹੀ ਭਲੀ ਚੰਗੀ ਹੈ। ਜਿਨ ਐਸਾ ਕਰ ਬੂਝਿਆ ਮੀਤ ਹਮਾਰਾ, ਜਿਹਨੇ ਇਹ ਜਾਣ ਲਿਆ ਮਨ ਦੇ ਵਿੱਚ, ਅਸਲ ਵਿੱਚ ਉਹ ਹੀ ਸਾਡਾ ਮਿੱਤਰ ਹੈ। ਰੋ ਵਿਚਾਰ ਮਹਾਰਾਜ ਇੱਥੇ ਜੇ ਇਹ ਗੱਲ ਲਿਖੀ ਹੈ ਨਾ, ਮੋਕੋ ਦਾਸ ਤਵਨ ਕਾ ਜਾਨੋ, ਜਾਂ ਮਹਿ ਭੇਜ ਨਾ ਰੰਜ ਪਛਾਨੋ, ਇਹ ਨਿਮਰਤਾ ਹੈ ਅਵਤਾਰਾਂ ਦੀ, ਜੋ ਨਿਮਰਤਾ ਨਾਲ ਐਸੇ ਬਚਨ ਕਰਦੇ ਹਨ। ਨਿਜ ਸਰੂਪ ਪਰਮੇਸ਼ਰ ਕੇਰਾ, ਸਤਿਗੁਰਾਂ ਦਾ ਸਰੂਪ ਪਰਮੇਸ਼ਰ ਦਾ ਰੂਪ ਨੇ। ਮਹਾਰਾਜ ਨੇ ਆਖਿਆ ਨਾ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਰੂਪ ਜਿਹੜਾ ਹੈ ਉਹ ਅਕਾਲ ਪੁਰਖ ਪਰਮੇਸ਼ਰ ਦਾ ਹੀ ਸਰੂਪ ਹੈ। ਧਿਆਵਤ ਰਹੇ ਸੁਸੰਜ ਸਵੇਰਾ, ਸਤਿਗੁਰੂ ਪਾਤਸ਼ਾਹ ਜੀ ਉਸੇ ਆਪਣੇ ਨਿੱਜੀ ਸਰੂਪ ਨੂੰ ਧਿਆਉਂਦੇ ਨੇ। ਅੰਮ੍ਰਿਤ ਵੇਲੇ ਉੱਠ ਕੇ ਸਮਾਧੀ ਵਿੱਚ ਬੈਠਦੇ, ਧਿਆਨ ਵਿੱਚ ਬੈਠਦੇ ਹਨ। ਇਹ ਪੀਤੈ ਸਥਾਨ ਬਚ ਕਹਿਓ, ਸਤਿਗੁਰਾਂ ਨੇ ਇਹ ਬਚਨ ਗੁਰਬਾਣੀ ਵਿੱਚ ਕੀਤੇ ਹੋਏ ਹਨ। ਜਿਸ ਤੇ ਆਸ਼ੈ ਬੁੱਧ ਜਨ ਲਹਿ ਜੀ ਇੱਕ ਤੁਹਾਨੂੰ ਪੰਕਤੀ ਮਹਾਰਾਜ ਦੀ ਅਸੀਂ ਸੁਣਾਉਂਦੇ ਹਾਂ, ਜਿਹਦੇ ਵਿੱਚ ਉਹਨਾਂ ਨੇ ਖੁਦ ਲਿਖਿਆ ਵੀ ਅਸੀਂ ਪਰਮੇਸ਼ਰ ਦਾ ਰੂਪ ਹਾਂ। ਇਹ ਬਿਦ ਕਰਤ ਤਪੱਸਿਆ ਭਇਓ, ਦਸਮ ਗ੍ਰੰਥ ਦੇ ਵਿੱਚ ਵਿਚਿੱਤਰ ਨਾਟਕ ਲਿਖਿਆ ਹੋਇਆ ਦਸਵੇਂ ਪਾਤਸ਼ਾਹ ਨੇ ਆਪਣੇ ਹੱਥਾਂ ਨਾਲ ਇਹ ਖੁਦ ਬਚਨ ਲਿਖਿਆ, ਇਹ ਬਿਦ ਕਰਤ ਤਪੱਸਿਆ ਭਇਓ। ਇਸ ਤਰੀਕੇ ਦੇ ਨਾਲ ਅਸੀਂ ਬੈਠ ਕੇ ਦਵੈ ਤੇ ਏਕ ਰੂਪ ਹੋਇਆ ਗਏ, ਜੀਵ ਤੇ ਈਸ਼ ਇਹ ਦਵੈਤ ਪਰ ਵੱਖਰਾ ਹੈ, ਜੀਵ ਵੱਖਰਾ। ਜਦੋਂ ਤਪੱਸਿਆ ਕੀਤੀ ਨਾ, ਆਪ ਜੀ ਦਾ ਬਚਨ ਹੈ, ਕਹਿਣ ਲੱਗੇ ਤੇਰੇ ਵਿੱਚ ਕੁਝ ਨਹੀਂ ਰਹਿ ਗਿਆ। ਜਬ ਆਪਾ ਪਰਕਾ ਮਿਟ ਗਿਆ, ਜਬ ਦੇਖਾਂ ਤਤ ਤੂੰ। ਪਹਿਲਾਂ ਸੀ ਮੈਂ ਖਤਮ ਹੋ ਗਈ,
कहा तू हुआ मुझ में रहा ना हूँ जब आपा पर का मिट गया जत देखा तत हुण वो अवस्था बन गई। पातशाह महाराज कहन लगे यह विद करत तपस्या भयो वै ते ਪਹਿਲਾਂ ਜੀਵ ਤੇ ਈਸ਼ ਦੋ ਰੂਪ ਸਨ ਵੱਖਰੇ ਵੱਖਰੇ, ਫਿਰ ਤਪੱਸਿਆ ਕਰਕੇ ਮੈਂ ਮੇਰੀ ਖਤਮ ਪਰਮੇਸ਼ਰ ਦਾ ਹੀ ਰੂਪ ਸਭ ਕੁਝ ਮੈਂ ਪਰਮੇਸ਼ਰ ਦਾ ਰੂਪ। ਇਹ ਆਪਾਂ ਸ਼ਲੋਕ ਸਰਵਣ ਕੀਤਾ ਸੀ ਨਾ, ਜੋ ਹਮ ਕੋ ਪਰਮੇਸ਼ਰ ਉਚਰ ਹੈ ਤੇ ਸਭ ਨਰਕ ਕੁੰਡ ਮੈਂ ਪਰ ਹੈ। ਇਹ ਕਹਿਣ ਲੱਗਾ ਜਿਹੜਾ ਪੰਡਤ ਹੈ ਵੀ ਮਹਾਰਾਜ ਨੇ ਆਖਿਆ ਜਿਹੜਾ ਗੁਰੂ ਗੋਬਿੰਦ ਸਿੰਘ ਨੂੰ ਪਰਮੇਸ਼ਰ ਆਖੇਗਾ ਉਹ ਨਰਕਾਂ ਵਿੱਚ ਪਵੇਗਾ। ਭਾਈ ਨੰਦ ਚੰਦ ਕਹਿਣ ਲੱਗੇ ਨਹੀਂ, ਸਤਿਗੁਰਾਂ ਦਾ ਬਚਨ ਹੈ ਦੁਇ ਤੇ ਏਕ ਰੂਪ ਹੋਏ ਗਇਓ, ਮੈਂ ਤੇ ਦੋਵਾਂ ਤੋਂ ਇੱਕ ਰੂਪ ਪਰਮੇਸ਼ਰ ਦਾ ਰੂਪ ਹੀ ਹੋ ਗਿਆ, ਮੇਰੇ ਵਿੱਚ ਉਹਦੇ ਵਿੱਚ ਫਰਕ ਤੇ ਕੋਈ ਨਹੀਂ ਰਹਿ ਗਿਆ। ਇਹ ਬਚਨ ਹਮ ਜਿਹੜਾ ਉਹ ਆਪਣੇ ਵਾਸਤੇ ਵਰਤਿਆ। ਜਿਹੜੇ ਸੰਸਾਰ ਦੇ ਦੁਨਿਆਵੀ ਲੋਕ ਇਹ ਗੱਲ ਕਹਿਣਗੇ ਮੈਂ ਖੁਦਾ ਹਾਂ ਮੈਂ ਰੱਬ ਹਾਂ, ਜਿਹੜੇ ਕਮਾਈ ਨਹੀਂ ਕਰਨਗੇ, ਕਮਾਈ ਕੋਲ ਕੁਝ ਨਹੀਂ ਹੋਵੇਗੀ ਪਰ ਇਹ ਕੋਲ ਹੋਵੇਗਾ ਵੀ ਮੈਂ ਖੁਦਾ ਹਾਂ, ਇਸ ਤਰ੍ਹਾਂ ਕਹਿਣਗੇ ਉਹ ਨਰਕਾਂ ਵਿੱਚ ਪੈਣਗੇ। ਕਮਾਈ ਵਾਲਾ ਥੋੜੀ ਨਰਕਾਂ ਵਿੱਚ ਪੈਂਦਾ, ਕਮਾਈ ਹੈ। ਭਗਤ ਨੇ ਆਖਿਆ ਸੀ ਨਾ ਅਨਲ ਹੱਕ ਵੀ ਮੈਂ ਖੁਦਾ ਹਾਂ ਮੈਂ ਖੁਦਾ। ਉਹਨੂੰ ਪਾਪ ਥੋੜੀ ਲੱਗਾ ਵੀ ਮੈਂ ਖੁਦਾ, ਵਾਕਿਆ ਹੀ ਉਹ ਹੈ ਹੀ ਖੁਦਾ, ਉਹਨੇ ਬੰਦਗੀ ਇੰਨੀ ਕੀਤੀ ਉਹ ਖੁਦਾ ਦਾ ਰੂਪ ਬਣ ਗਿਆ। ਪਰ ਜਿਹੜੇ ਦੂਜੇ ਸਨ ਕੱਟੜ ਵਿਅਕਤੀ ਧਰਮ ਦੇ, ਉਹਨਾਂ ਨੇ ਆਖਿਆ ਲਓ ਜੀ ਇਹ ਤੇ ਆਪਣੇ ਆਪ ਨੂੰ ਖੁਦਾ ਕਹਿੰਦਾ, ਇਹਨੂੰ ਕਤਲ ਕਰਵਾ ਦਿਓ, ਇਹਨੂੰ ਮਾਰ ਦਿਓ। ਤੇ ਮਾਰਨਾ ਚਾਹੁੰਦੇ ਮਰਵਾਉਣਾ ਚਾਹੁੰਦੇ। ਸਤਿਗੁਰਾਂ ਨੇ ਲਿਖਿਆ ਅਸੀਂ ਤਪੱਸਿਆ ਹੀ ਇੰਨੀ ਕੀਤੀ ਹੈ, ਤਪੱਸਿਆ ਕਰਦਿਆਂ ਮੈਂ ਤੇ ਹੋ ਹੀ ਰੱਬ ਦਾ ਰੂਪ ਗਿਆ। ਹਰ ਹਰ ਜਨ ਦੋਈ ਏਕ ਹੈ ਬਿਬ ਵਿਚਾਰ, ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੈ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ, ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ। ਇਹ ਬਚਨ ਮਹਾਰਾਜ ਨੇ ਵਰਤੇ। ਇੱਥੇ ਬਚਨ ਬਖਸ਼ਿਸ਼ ਕਰਦੇ ਹਨ। ਕਲਗੀ ਧਰ ਬੜੇ ਆਦਰ ਦੀਨਾ। ਕਲਗੀ ਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਸਾਰਿਆਂ ਨੂੰ ਆਦਰ ਦਿੰਦੇ ਨੇ, ਸਤਿਕਾਰ ਦਿੰਦੇ ਹਨ। ਨਿਕਟ ਬਿਠਾਏ ਤੋਖ ਬੋਕੀਨਾ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕੋਲ ਬਿਠਾ ਕੇ ਤੇ ਕਹਿਣ ਲੱਗੇ, ਤੋਖ ਤੋਂ ਭਾਵ ਕਿ ਮਹਾਰਾਜ ਸਾਹਿਬ ਜੀਆਂ ਨੇ ਉਸ ਵੇਲੇ ਪ੍ਰਸੰਨਤਾ ਬਖਸ਼ਿਸ਼ ਕੀਤੀ। ਕਹਿਣ ਲੱਗੇ ਇਹ ਪ੍ਰਸੰਨਤਾ ਹੈ ਕਾਹਦੀ ਕਿ ਮਹਾਰਾਜ ਦੇ ਹੁਕਮ ਦੇ ਵਿੱਚ ਰਹਿਣਾ। ਤੁਹਾਡੇ ਨਾਲ ਮਹਾਰਾਜ ਨਾਰਾਜ਼ ਨਹੀਂ, ਤੇਰੇ ਨਾਲ ਕੋਈ ਗਿਲਾ ਨਹੀਂ ਹੈ, ਪਰ ਜਿਹੜੇ ਧਰਮ ਦਾ ਨਾਂ ਲੈ ਕੇ ਕੁਝ ਕਰਮ ਕੀਤੇ ਜਾਂਦੇ ਇਹ ਉਹਨਾਂ ਦੇ ਕਰਕੇ ਬਚਨ ਹੈ। ਸਤਿਗੁਰੂ ਤੇਰੇ ਨਾਲ ਪ੍ਰਸੰਨ ਨੇ, ਤੇਰੇ ਨਾਲ ਖੁਸ਼ ਨੇ, ਇਸ ਕਰਕੇ ਤੈਨੂੰ ਕੋਲ ਬਿਠਾ ਕੇ ਮਹਾਰਾਜ ਸਤਿਕਾਰ ਦੇਣਾ ਚਾਹੁੰਦੇ ਹਨ। ਨੰਦ ਚੰਦ ਸਭ ਬਨਿਓ ਪ੍ਰਸੰਗਾ। ਬਣਿਓ ਪ੍ਰਸੰਗਾ ਕਹਿਣ ਲੱਗੇ ਵੀ ਨੰਦ ਚੰਦ ਜਿਹੜਾ ਹੈ ਨਾ ਗੁਰੂ ਕਾ ਦੀਵਾਨ ਹੈ, ਗੁਰਮੁਖੋ ਇਹਨੇ ਸਾਰਾ ਪ੍ਰਸੰਗ ਮਹਾਰਾਜ ਦਾ ਆਛਾ ਸਿਧਾਂਤ ਜਿਹੜਾ ਹੈ ਸਾਰਾ ਇਸ ਪੰਡਤ ਨੂੰ ਦੱਸਿਆ ਹੈ। ਬਾਣੀ ਛੰਦ ਸਵਯਨ ਸੰਗਾ। ਤੇ ਸਵਈਨ ਸੰਗਾ ਜਿਹੜੇ ਸਵਈਏ ਨੇ ਨਾ ਬਾਣੀ ਦੇ ਵਿੱਚ ਉਚਾਰੇ ਹੋਏ, ਇਹ ਕਵਿਤਾ ਦੀਆਂ ਚਾਲਾਂ ਹੁੰਦੀਆਂ ਵੱਖੋ ਵੱਖਰੀਆਂ। ਛੰਦ ਕਿਹਾ ਜਾਂਦਾ, ਸਵਈਆ ਕਿਹਾ ਜਾਂਦਾ, ਚੌਪੀ ਕਹੀ ਜਾਂਦੀ, ਦੋਹਰਾ ਕਿਹਾ ਜਾਂਦਾ, ਕਵਿਤ ਕਿਹਾ ਜਾਂਦਾ। ਇਹ ਵੱਖਰੀਆਂ ਵੱਖਰੀਆਂ ਕਵਿਤਾ ਦੀਆਂ ਚਾਲਾਂ ਨੇ, ਉਸ ਮੁਤਾਬਕ ਕਵਿਤਾ ਜਿਹੜੀ ਉਹ ਪੜ੍ਹਨੀ ਪੈਂਦੀ ਹੈ। ਸੋ ਸਤਿਗੁਰਾਂ ਨੇ ਇਹ ਜਿਹੜੇ ਬਚਨ ਹਨ ਉਹ ਬਖਸ਼ਿਸ਼ ਦੇ ਰੂਪ ਦੇ ਵਿੱਚ ਲਿਖੇ ਹਨ। ਜੋ ਕਛ ਲੇਖ ਲਿਖਿਓ ਬਿਦਨਾ ਸੋ ਪਾਇਤ ਮਿਸਰ ਜੋ ਸੋਕ ਨਿਵਾਰੋ। ਸਤਿਗੁਰਾਂ ਨੇ ਇਹ ਜਿਹੜਾ ਸਵਈਆ ਲਿਖਿਆ ਹੈ, ਸ੍ਰੀ ਮੁਖ ਵਾਕ ਸਵਈਆ, ਸੁਭਾਏਮਾਨ ਮੁਖ ਤੋਂ 10ਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਇੱਥੇ ਬਚਨ ਬਖਸ਼ਿਸ਼ ਕਰਦੇ। ਕਹਿਣ ਲੱਗੇ ਜੋ ਕਿਛ ਲੇਖ ਲਿਖਿਓ ਬਿਦਨਾ, ਬਿਦਨਾ ਤੋਂ ਭਾਵ ਪਰਮਾਤਮਾ ਜਿਹਨੇ ਵਿਧੀ ਬਣਾਈ ਹੈ, ਜਿਹਨੇ ਦੁਨੀਆ ਬਣਾਈ ਹੈ, ਜਿਹੜੇ ਲੇਖ ਉਸ ਪਰਮਾਤਮਾ ਨੇ ਲਿਖੇ ਨੇ, ਸੋ ਪਈਅਤ ਮਿਸਰ ਜੀ ਸੋਕ ਨਿਵਾਰੋ। ਇਹ ਬ੍ਰਾਹਮਣ ਜੀ ਜੋ ਕਰਮਾਂ ਵਿੱਚ ਲਿਖਿਆ ਮਿਲਣਾ ਉਹ ਹੈ, ਜਿਹੜਾ ਕਰਮਾਂ 'ਚ ਨਹੀਂ ਲਿਖਿਆ ਉਹ ਮਿਲਣਾ ਨਹੀਂ। ਇਸ ਕਰਕੇ ਸ਼ੋਕ ਕਿਉਂ ਕਰਨਾ ਹੈ, ਗੁੱਸਾ ਕਿਉਂ ਕਰਨਾ ਹੈ, ਦੁਖੀ ਕਿਉਂ ਹੋਣਾ ਹੈ। ਮੇਰੋ ਕਛੂ ਅਪਰਾਧ ਨਹੀਂ ਗਇਓ ਯਾਦ ਤੇ ਭੂਲ ਨਾ ਕੋਪ ਚਿਤਾਰੇ। ਇਹਦੇ ਵਿੱਚ ਜਿਹੜਾ ਹੈ ਕਿ ਯਾਦ ਤੋਂ ਭੁੱਲ ਕੇ ਤੇ ਕ੍ਰੋਧ ਵਿੱਚ ਆਖਣਾ ਵੀ ਮੈਂ ਇਹ ਕਰਮ ਕੀਤਾ ਜਾਂ ਨਹੀਂ ਕੀਤਾ। ਸੋ ਕਈ ਵਾਰ ਕੀ ਹੁੰਦਾ ਹੈ, ਮੇਰੋ ਕਛ ਅਪਰਾਧ ਨਹੀਂ, ਮੇਰੀ ਕੋਈ ਗਲਤੀ ਨਹੀਂ ਹੈ, ਗਇਓ ਯਾਦ ਤੇ ਭੂਲ।
ਕਹਿਣ ਲੱਗੇ ਇਸ ਤਰ੍ਹਾਂ ਗੁੱਸਾ ਨਾ ਕਰਨਾ ਕਰੋ। ਬਾਗੋ ਨਿਹਾਲੀ ਪਠੈ ਦਿਓ ਆਜ ਭਲੇ ਤੁਮ ਕੋ ਨਿਸ਼ਚੈ ਜੇ ਧਾਰੋ। ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਭਾਈ ਬਚਨ ਇਹ ਹੈ, ਉਹਨੀ ਅਸੀਂ ਪੁਸ਼ਾਕ ਜਿਹੜੀ ਹੈ ਨਾ ਉਹ ਬਖਸ਼ਿਸ਼ ਕਰਾਂਗੇ, ਮਿਲਦੀਆਂ ਹਨ। ਛਤਰੀ ਸਭੈ ਕਟਾਛ ਕਿਰਪਾ ਕੈ ਨਿਹਾਰੋ। ਗੁਰਮੁਖੋ ਵੱਖਰਾ ਕੰਮ ਹੈ, ਉਹਨਾਂ ਦਾ ਕੰਮ ਹੈ ਮੰਤਰ ਪੜ੍ਹਨਾ, ਇਸ ਕਰਕੇ ਇਸ ਵਿੱਚ ਖਾਲਸੇ ਦੀ ਵਡਿਆਈ ਕਰਦੇ ਪਏ। ਯੁੱਧ ਜਿਤੇ ਇਨਹੀ ਕੇ ਪ੍ਰਸਾਦ, ਗੁਰੂ ਦੇ ਖਾਲਸੇ ਦੀ ਕਿਰਪਾ ਦੇ ਨਾਲ ਖਾਲਸਾ ਪ੍ਰਮਾਤਮਾ ਦੀ ਮੌਜ ਵਿੱਚ ਪੈਦਾ ਹੋਇਆ, ਤੇ ਜਿਹੜੀ ਚੀਜ਼ ਮੌਜ ਵਿੱਚ ਪੈਦਾ ਹੋਵੇ, ਮਹਾਰਾਜ ਕਹਿੰਦੇ ਉਸ ਵਸਤੂ ਦੀ ਕਿਰਪਾ ਦੇ ਨਾਲ ਅਸੀਂ ਜੰਗ ਜਿੱਤੇ ਨੇ। ਖਾਲਸੇ ਨੂੰ ਵਡਿਆਈ ਦਿੰਦੇ, ਯੁੱਧ ਜਿੱਤੇ ਇਨਹੀ ਕੇ ਪ੍ਰਸਾਦ, ਇਹਨਾਂ ਦੀ ਕਿਰਪਾ ਦੇ ਨਾਲ ਅਸੀਂ ਜੰਗ ਜਿੱਤੇ। ਇਨਹੀ ਕੇ ਪ੍ਰਸਾਦ ਸੋ ਦਾਨ ਕਰੇ, ਜੇ ਅਸੀਂ ਦਾਨ ਕਰਦੇ ਹਾਂ ਸੋਨੇ ਦਾ, ਚਾਂਦੀ ਦਾ, ਰੁਪਈਆਂ ਦਾ, ਉਹ ਵੀ ਖਾਲਸੇ ਦੀ ਕਿਰਪਾ ਦੇ ਨਾਲ ਹੀ ਸਭ ਕੁਝ ਹੋ ਰਿਹਾ ਹੈ। ਅਗ ਓਗ ਟਰੇ ਇਨਹੀ ਕੇ ਪ੍ਰਸਾਦ। ਅੱਗ ਓਗ ਤੋਂ ਭਾਵ ਹੈ ਪਾਪ। ਇਹ ਜਿਹੜੇ ਪਾਪ ਨੇ ਇਹ ਸਾਡੇ ਖਾਲਸੇ ਦੀ ਕਿਰਪਾ ਨਾਲ ਸਾਰੇ ਹੀ ਟਲ ਜਾਣਗੇ, ਪਾਪ ਲੱਗੇਗਾ ਹੀ ਕੋਈ ਨਹੀਂ। ਖਾਲਸਾ ਇੰਨਾ ਸਮਰੱਥ ਹੈ, ਦੰਡ ਦੇ ਵੀ ਸਕਦਾ ਤੇ ਦੰਡ ਦੇ ਕੇ ਮਾਫ ਵੀ ਕਰ ਸਕਦਾ ਹੈ। ਇੰਨੀ ਸਮਰੱਥਾ ਅਸੀਂ ਖਾਲਸੇ ਨੂੰ ਬਖਸ਼ੀ। ਭਾਈ ਮਨੀ ਸਿੰਘ ਜੀਆਂ ਨੇ ਗੁਰਬਾਣੀ ਦੇ ਸ਼ਬਦ ਵੱਖਰੇ ਵੱਖਰੇ ਕੀਤੇ, ਤੇ ਖਾਲਸੇ ਨੇ ਆਖਿਆ ਭਾਈ ਮਨੀ ਸਿੰਘ ਜੀ ਸਜ਼ਾ ਮਿਲੇਗੀ, ਤੁਹਾਡੇ ਬੰਦ ਜੁਦਾ ਜੁਦਾ ਹੋਣਗੇ। ਹੋਰ ਵੀ ਕਈ ਬਚਨ ਕੀਤੇ, ਇਹ ਵੀ ਸਜ਼ਾਵਾਂ ਮਿਲਣਗੀਆਂ। ਤੇ ਬਾਅਦ ਵਿੱਚ ਭਾਈ ਮਨੀ ਸਿੰਘ ਨੇ ਕੋਈ ਚੰਗਾ ਇਹੋ ਜਿਹਾ ਕਰਮ ਕੀਤਾ, ਖਾਲਸਾ ਖੁਸ਼ ਹੋ ਗਿਆ, ਕਹਿਣ ਲੱਗੇ ਭਾਈ ਮਨੀ ਸਿੰਘ ਜੀ ਸਾਰੇ ਬਚਨ ਅਸੀਂ ਵਾਪਸ ਲੈਂਦੇ, ਹੁਣ ਤੁਹਾਨੂੰ ਕੋਈ ਸਜ਼ਾ ਨਹੀਂ ਮਿਲੇਗੀ, ਬੰਦ ਬੰਦ ਨਹੀਂ ਕੱਟੇ ਜਾਣ। ਫਿਰ ਭਾਈ ਮਨੀ ਸਿੰਘ ਨੇ ਹੱਥ ਜੋੜ ਕੇ ਆਖਿਆ, ਕਹਿਣ ਲੱਗੇ ਨਹੀਂ ਖਾਲਸਾ ਜੀ, ਆ ਬੰਦ ਬੰਦ ਕੱਟੇ ਜਾਣ ਵਾਲਾ ਬਚਨ ਮੇਰੇ ਕੋਲ ਹੀ ਰਹਿਣ ਦਿਓ, ਇਹ ਵਾਪਸ ਨਾ ਲਓ। ਲੋਕਾਂ ਨੂੰ ਪਤਾ ਲੱਗੇ 10ਵੇਂ ਪਾਤਸ਼ਾਹ ਦੇ ਖਾਲਸੇ ਦੇ ਬਚਨ ਪੂਰੇ ਹੁੰਦੇ ਨੇ। ਜੇ ਤੁਸੀਂ ਵਾਪਸ ਲੈ ਲਏ, ਲੋਕਾਂ ਨੇ ਆਖਣਾ ਆਪੇ ਹੀ ਕਹਿਤਾ ਤੇ ਆਪੇ ਹੀ ਮੁੱਕਰ ਗਏ, ਇਹਨਾਂ ਦਾ ਤੇ ਬਚਨ ਹੀ ਨਹੀਂ ਪੂਰਾ ਹੁੰਦਾ। ਗੁਰੂ ਖਾਲਸੇ ਦੀ ਵਡਿਆਈ ਲੋਕਾਂ ਨੂੰ ਪਤਾ ਲੱਗੇ, ਬਚਨ ਵਾਪਸ ਨਾ ਲਵੋ, ਮੈਨੂੰ ਬੰਦ ਬੰਦ ਕਟਾਉਣੇ ਮਨਜ਼ੂਰ ਨੇ, ਪਰ ਖਾਲਸੇ ਦੀ ਵਡਿਆਈ ਹੋਣੀ ਚਾਹੀਦੀ ਹੈ ਵੀ ਇਹਨਾਂ ਦੇ ਬਚਨ ਪੂਰੇ ਹੁੰਦੇ। ਅਗ ਓਗ ਟਰੇ ਇਨਹੀ ਕੇ ਪ੍ਰਸਾਦ, ਇਹਨਾਂ ਦੀ ਕਿਰਪਾ ਨਾਲ ਵੱਡੇ ਵੱਡੇ ਪਾਪ ਦੁੱਖ ਟਲਦੇ ਹਨ। ਵਿਦਿਆ ਪੜ੍ਹੀ ਹੈ, ਗੁਰੂ ਪਾਤਸ਼ਾਹ ਕਹਿਣਗੇ ਖਾਲਸੇ ਦੀ ਕਿਰਪਾ ਨਾਲ ਇਹਨਾਂ ਦੀ ਕਿਰਪਾ ਨਾਲ ਖਾਲਸੇ ਦੀ ਕਿਰਪਾ ਨਾਲ ਗੁਰ, ਇਹ ਹੈ ਗੁਰੂ ਜਿਹੜਾ ਆਪਣੇ ਖਾਲਸੇ ਨੂੰ ਇੰਨੀ ਵਡਿਆਈ ਬਖਸ਼ਿਸ਼ ਕਰਦਾ ਹੈ ਕਿ ਤੁਹਾਡੀ ਕਿਰਪਾ ਨਾਲ ਅਸੀਂ ਤਖਤ ਤੇ ਬੈਠੇ। ਨਹੀਂ ਤੇ ਮੇਰੇ ਵਰਗੇ ਪਤਾ ਨਹੀਂ ਕਿੰਨੇ ਕੁ ਤੁਰੇ ਫਿਰਦੇ, ਐਸੀ ਨਿਮਰਤਾ ਦੇ ਬਚਨ ਹਨ। ਸੇਵ ਕਰੀ ਇਨਹੀ ਕੀ ਭਾਵਤੋ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਇਹਨਾਂ ਦੀ ਸੇਵਾ ਕੀਤੀ ਸਫਲੀ ਹੈ। ਜਿਹਨੇ ਸੇਵਾ ਕਰਨੀ ਹੈ ਮੇਰੇ ਖਾਲਸੇ ਦੀ ਸੇਵਾ ਕਰੇ, ਮੇਰੇ ਖਾਲਸੇ ਦੀ ਸੇਵਾ ਕੀਤੀ ਮੈਨੂੰ ਭਾਉਂਦੀ ਹੈ, ਮੈਨੂੰ ਚੰਗੀ ਲੱਗਦੀ ਹੈ। ਔਰ ਕੀ ਸੇਵਨ
ਸੇਵਨਾ ਸੁਹਾਤ ਨਾ ਹੋਰ ਜੀ ਕੋ। ਕਿਸੇ ਦੀ ਕੀਤੀ ਹੋਈ ਸੇਵਾ ਮੈਨੂੰ ਚੰਗੀ ਨਹੀਂ ਲੱਗਦੀ। ਧੰਨ ਦਸਵੇਂ ਪਾਤਸ਼ਾਹ ਕਹਿਣ ਲੱਗੇ ਮੇਰੇ ਮਨ ਨੂੰ ਵੀ ਇਹੋ ਚੰਗਾ ਲੱਗਦਾ ਵੀ ਮੈਂ ਆਪਣੇ ਖਾਲਸੇ ਦੀ ਸੇਵਾ ਕਰਾਂ। ਔਰ ਬਚਨ ਵੀ ਅਸੀਂ ਇਹੋ ਕਹਿੰਦੇ ਹਾਂ, ਜਿਹੜਾ ਸਾਡੇ ਖਾਲਸੇ ਦੀ ਸੇਵਾ ਕਰੇਗਾ ਉਹ ਕੀਤੀ ਸੇਵਾ ਉਹ ਸਿੱਖ ਦੀ ਸਾਨੂੰ ਚੰਗੀ ਲੱਗੇਗੀ। ਹੋਰ ਕਿਸੇ ਦੀ ਸੇਵਾ ਕਰੀ ਜਾਵੇ ਉਹ ਸਾਡੇ ਮਨ ਨੂੰ ਨਹੀਂ ਭਾਉਂਦੀ, ਚੰਗੀ ਨਹੀਂ ਲੱਗਦੀ ਹੈ। ਅਸੀਂ ਆਪਣੀ ਖਾਲਸੇ ਨੂੰ ਵਡਿਆਈ ਦਿੰਦੇ ਹਨ। ਦਾਨ ਦਿਓ ਇਨਹੀ ਕੋ ਭਲੋ। ਜਿਹੜਾ ਦਾਨ ਦਿੱਤਾ ਹੈ ਨਾ ਹੱਥੋਂ, ਉਹ ਸਾਡੇ ਖਾਲਸੇ ਨੂੰ ਦਿੱਤਾ ਭਲਾ ਹੈ, ਚੰਗਾ ਹੈ। ਸਾਡੇ ਖਾਲਸੇ ਨੂੰ ਦਾਨ ਦਿੱਤਾ ਜਿਹਨੇ, ਉਹਦਾ ਦਾਨ ਸਫਲਾ ਹੋ ਜਾਏਗਾ। ਅਤੇ ਇਹਨਾਂ ਨੂੰ ਦਾਨ ਦਿੱਤਾ ਭਲਾ ਕਹੀਏ, ਚੰਗਾ ਹੈ, ਸਫਲਾ ਹੈ। ਹਰ ਆਨ ਕੋ ਦਾਨ ਨ ਲਾਗਤ ਨਿਕੋ। ਪਰ ਹੋਰ ਕਿਸੇ ਨੂੰ ਦਿੱਤਾ ਹੋਇਆ ਦਾਨ ਚੰਗਾ ਨਹੀਂ ਲੱਗੇਗਾ, ਭਾਵ ਕਿ ਸਫਲਾ ਨਹੀਂ ਹੋਵੇਗਾ। ਖਾਲਸੇ ਨੂੰ ਦਿੱਤਾ ਹੋਇਆ ਦਾਨ ਸਫਲਾ ਹੁੰਦਾ ਹੈ। ਆਗੇ ਫਲੇ ਇਨਹੀ ਕੋ ਦਿਓ। ਅੱਗੇ ਪਰਲੋਕ ਦੇ ਵਿੱਚ ਵੀ ਖਾਲਸੇ ਨੂੰ ਦਿੱਤਾ ਹੋਇਆ ਫਲੇਗਾ। ਅਸੀਂ ਦਿੰਦੇ ਆ ਨਾ ਰਸਤੇ ਵਿੱਚ ਰੁਪਈਏ ਜਾਂ ਕੁਝ ਹੋਰ ਵਸਤੂਆਂ ਮੰਗਣ ਵਾਲਿਆਂ ਨੂੰ, ਸ਼ਾਸਤਰਾਂ ਦੇ ਵਿੱਚ ਲਿਖਿਆ ਵੀ ਜੇ ਮੰਗਣ ਵਾਲੇ ਰੁਪਈਏ ਨੂੰ ਤੁਸੀਂ ਰੁਪਈਆ ਦਿੱਤਾ ਹੈ, ਪੈਸੇ ਦਿੱਤੇ ਨੇ, ਤੇ ਉਸ ਬੰਦੇ ਨੇ ਉਹਨਾਂ ਪੈਸਿਆਂ ਦੇ ਨਾਲ ਤੰਬਾਕੂ ਖਾ ਲਿਆ, ਬੀੜੀ ਪੀ ਲਈ ਹੈ, ਤੇ ਤੁਹਾਨੂੰ ਇੰਨਾ ਪਾਪ ਲੱਗੇਗਾ ਜਿਵੇਂ ਸ਼ਰਾਬ ਪੀਣ ਵਾਲੇ ਸ਼ਰਾਬੀ ਨੂੰ ਲੱਗਦਾ ਹੈ। ਇਹ ਸ਼ਾਸਤਰਾਂ ਦਾ ਬਚਨ ਹੈ ਕਿ ਦਾਨ ਕਰਨ ਵੇਲੇ ਵੇਖ ਕੇ ਅੱਖਾਂ ਖੋਲ ਕੇ ਦਾਨ ਕਰਨਾ। ਇਹ ਨਹੀਂ ਵੀ ਚੰਗਾ ਭਲਾ ਲਾਲ ਲੁੱਗੜ ਬੈਠਾ, ਕੋਈ ਉਹਨੂੰ ਦੁੱਖ ਤਕਲੀਫ ਨਹੀਂ ਤੇ ਅਸੀਂ ਉਹਨੇ ਹੱਥ ਅੱਡਿਆ ਤੇ ਅਸੀਂ ਦੇ ਦਿੱਤਾ, ਉਹ ਜਾ ਕੇ ਮੁੜ ਕੇ ਉੱਥੇ ਗਧੀ ਚੁੰਘਦਾ ਪਿਆ, ਭਾਵ ਕੇ ਬੀੜੀ ਪੀਂਦਾ ਪਿਆ, ਉਹ ਪਾਪ ਦੀ ਸਜ਼ਾ ਤੈਨੂੰ ਵੀ ਮਿਲੇ। ਅੱਜ ਸਾਡੇ ਘਰਾਂ ਦੇ ਵਿੱਚ ਉਹ ਮੰਗਣ ਵਾਲੇ ਆ ਜਾਂਦੇ, ਜਦੋਂ ਅਖੰਡ ਪਾਠ ਸਾਹਿਬ ਕੋਈ ਪ੍ਰੋਗਰਾਮ ਹੁੰਦਾ, ਘਰ ਦੇ ਵਿੱਚ ਉਹਨੇ ਮੈਂਬਰ ਨਹੀਂ ਜਿੰਨੇ ਬਾਹਰ ਮੰਗਣ ਵਾਲੇ। ਘਰ ਵਾਲੇ ਅਜੇ ਮੈਂਬਰ ਨਹਾਤੇ ਧੋਤੇ ਵੀ ਹੋ ਸਕਦਾ, ਤਿਆਰ ਵੀ ਨਹੀਂ ਹੋਏ ਹੋਣਗੇ, ਕੰਮ ਲੱਗੇ ਨੇ, ਉਹ ਬਾਹਰ ਪੂਰੀ ਸੁਰਖੀ ਬਿੰਦੀ ਲਾ ਕੇ ਆ ਕੇ ਖੜ ਜਾਂਦੀਆਂ ਢੋਲਕੀ ਲੈ ਕੇ। ਜਦੋਂ ਉਹਨੇ ਮੰਗਿਆ ਅਸੀਂ ਦਾਨ ਦੇ ਦਿੱਤਾ। ਦਾਨ ਉੱਥੇ ਦੇਣਾ ਜਿੱਥੇ ਪਤਾ ਵੀ ਇੱਥੇ ਸਾਡਾ ਦਾਨ ਸਫਲਾ ਹੋਣਾ। ਜਿੱਥੇ ਤੁਸੀਂ ਕਿਸੇ ਨੂੰ ਨਿਕੰਮਾ ਬਣਾਉਂਦੇ ਪਏ ਹੋ ਉੱਥੇ ਦਾਨ ਨਾ ਦਿਓ, ਉਹ ਨਿਕੰਮਾ ਬਣਾ ਦੇਵੇ। ਉਹ ਲੋਕ ਹੱਥਾਂ ਪੈਰਾਂ ਦੇ ਸਲਾਮਤ ਨੇ, ਆਪਣੀ ਕਿਰਤ ਕਰਕੇ ਖਾ ਸਕਦੇ। ਮਹਾਰਾਜ ਕਹਿਣ ਲੱਗੇ ਮਾੜੀ ਥਾਂ ਤੇ ਦਿੱਤਾ ਦਾਨ, ਉਸ ਦਾਨ ਦਾ ਕਿਸੇ ਨੂੰ ਕਰ ਲਿਆ ਬੱਚਾ। ਜਗ ਮੈਂ ਜਸ ਔਰ ਦਿਓ ਸਭ ਫੀਕੋ। ਓ ਗ੍ਰਹਿ ਮੈਂ ਮਨ ਤੇ ਸਤਿਗੁਰਾਂ ਦੀ ਕੈਸੀ ਕਹਿਣ ਲੱਗੇ ਮੇਰੇ ਘਰ ਦੇ ਵਿੱਚ ਮਨ ਕਰਕੇ ਵੀ ਜੇ ਕੋਈ ਚੀਜ਼ ਹੈ ਪੂਰੀ ਇਹਨਾਂ ਦੀ ਹੈ। ਮੇਰੇ ਘਰ ਵਿੱਚ ਜੇ ਧਨ ਵਾਲੀ ਚੀਜ਼ ਹੈ ਨਾ, ਪੈਸੇ ਵਾਲੀ, ਉਹ ਵੀ ਮੇਰੇ ਖਾਲਸੇ ਦੀ ਹੈ। ਮੇਰੇ ਘਰ ਦੇ ਵਿੱਚ ਜੇ ਮੈਨੂੰ ਸਿਰ ਵੀ ਦੇਣਾ ਪਵੇ ਉਹ ਸਿਰ ਵੀ ਮੇਰੇ ਖਾਲਸੇ ਦਾ, ਮੈਂ ਇਹਨਾਂ ਨੂੰ ਹੀ ਦੇ ਦਿਆਂਗਾ। ਮੇਰਾ ਸਿਰ ਵੀ ਮੇਰਾ ਨਹੀਂ, ਮੇਰਾ ਧਨ ਤੇ ਮੇਰਾ ਮਨ ਵੀ ਮੇਰਾ ਨਹੀਂ, ਇਹ ਸਾਰਾ ਕੁਝ ਮੇਰੇ ਖਾਲਸੇ ਦਾ ਹੀ ਹੈ। ਮਹਾਰਾਜ ਨੇ ਕੇਵਲ ਆਖਿਆ ਨਹੀਂ, ਗੁਰਮੁਖੋ ਆਪਣੇ 4 ਸਾਹਿਬਜ਼ਾਦਿਆਂ ਦੇ ਸੀਸ ਕੁਰਬਾਨ ਕੀਤੇ, ਬੁਰੜੀ ਬਜ਼ੁਰਗ ਮਾਤਾ ਉਹ ਵੀ ਸ਼ਹੀਦ ਕਰਵਾਈ, ਅਤੇ ਪਿਤਾ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਸ਼ਹੀਦ ਕਰਵਾਇਆ। ਕਹਿਣ ਲੱਗੇ ਖਾਲਸੇ ਦੇ ਉੱਪਰੋਂ ਸਭ ਕੁਝ ਵਾਰਿਆ, ਸਭ ਕੁਝ ਦਿੱਤਾ, ਕਿਉਂਕਿ ਇਹਨਾਂ ਨੂੰ ਦਿੱਤਾ ਹੋਇਆ ਧਨ ਵੀ ਸਫਲਾ ਹੈ, ਇਹਨਾਂ ਨੂੰ ਦਿੱਤਾ ਹੋਇਆ ਮਨ ਵੀ ਸਫਲਾ ਹੈ, ਇਹਨਾਂ ਨੂੰ ਦਿੱਤਾ ਹੋਇਆ ਸੀਸ ਵੀ ਸਫਲਾ ਹੈ। ਮੈਂ ਆਪਣੇ ਖਾਲਸੇ ਨੂੰ ਸਭ ਕੁਝ ਭੇਟ ਕਰਦਾ, ਇਹਨਾਂ ਨੂੰ ਦਿੱਤਾ ਹੋਇਆ ਸਫਲਾ ਹੁੰਦਾ ਹੈ। ਚਟਪਟਾਏ ਜਿਤ ਮੋ ਜਰਿਓ ਤ੍ਰਿਣ ਜੋ ਕ੍ਰੋਧਿਤ ਹੋਏ। ਸੋ ਕਹਿਣ ਲੱਗੇ ਇਸੇ ਤਰ੍ਹਾਂ ਗੁਰਮੁਖੋ ਕੱਖਾਂ ਵਾਂਗੂ, ਕੱਖ ਅੱਗ ਨਾਲ ਛੇਤੀ ਭੜਕਦੇ ਨੇ, ਛੇਤੀ ਨਾਲ ਸੜ ਜਾਂਦੇ ਹਨ। ਰੋਜ ਰੋਜ ਕੇ ਹੇਤ ਲਗ ਦਿਓ ਮਿਸਰ ਜੋ ਹੋਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਗੁੱਸਾ ਨਾ ਕਰ। ਗੁੱਸਾ ਬੰਦੇ ਨੂੰ ਇਸ ਤਰ੍ਹਾਂ ਸਾੜਦਾ ਜਿਵੇਂ ਸੁੱਕੇ ਹੋਏ ਕੱਖਾਂ ਨੂੰ ਅੱਗ ਸਾੜਦੀ ਹੈ। ਵੱਡੀ ਲੱਕੜ ਨੂੰ ਅੱਗ ਲੱਗਦਿਆਂ ਸਮਾਂ ਲੱਗਦਾ, ਪਰ ਸੁੱਕੇ ਕੱਖ ਪੈ ਨਾ, ਮਾੜੀ ਜੀ ਅੱਗ ਲਾਈਏ ਝੱਟ ਹੀ ਉਹ ਸੜ ਕੇ ਸੁਆਹ ਹੋ ਜਾਂਦੇ। ਕਹਿਣ ਲੱਗੇ ਬ੍ਰਾਹਮਣ ਜੀ ਗੁੱਸਾ ਬੜਾ ਕਰੀ ਬੈਠੇ, ਪਰ ਗੁੱਸਾ ਨਾ ਕਰੋ, ਇਹ ਗੁੱਸਾ ਤੁਹਾਨੂੰ ਕੱਖਾਂ ਦੀ ਅੱਗ ਵਾਂਗੂ ਸਾੜ ਦੇਵੇਗਾ। ਮਹਾਰਾਜ ਹੋਰ ਕਿਹੜੇ ਕਿਹੜੇ ਬਚਨ ਕਰਦੇ ਉਹ ਆਪਾਂ ਅਗਲੇ ਦੀਵਾਨ ਦੇ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਲੇਖਾ ਹੈ ਕਤਹਿ ਨਾ ਛੁੱਟੀ ਹੈ।
ਬਖਸ਼ਣਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।